was a country and that this place was a religious and political capital of Punjab. ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਤੁਸੀਂ ਢਾਡੀ ਜਥੇ ਦੇ ਵਿੱਚ ਸ਼ਾਮਲ ਹੁੰਦੇ ਹੋ, ਪਹਿਲਾਂ ਸ਼ਬਦ ਗਾਇਨ ਕਰ ਰਹੇ ਹੁੰਦੇ ਹੋ ਤੇ ਉਸ ਤੋਂ ਬਾਅਦ ਤੁਸੀਂ ਅਚਾਨਕ ਇੰਗਲਿਸ਼ ਦੇ ਵਿੱਚ ਸਿੱਖ ਹਿਸਟਰੀ ਦੱਸਣ ਲੱਗਦੇ ਹੋ। From 200 years ago, but at present Punjab is a small state of India. ਜਦੋਂ ਸਿੰਘ ਵਾਰ ਗਾਇਨ ਕਰ ਰਹੇ ਸੀ ਤੇ ਉਹ ਦੇਖ ਕੇ ਤੇ ਸੰਗਤ ਦੇ ਵਿੱਚ ਬੈਠ ਜਾਂਦੇ ਨੇ। ਬਾਅਦ ਵਿੱਚ ਜਦੋਂ ਢਾਡੀ ਸਿੰਘ ਜਦੋਂ ਆਪਣੀ ਵਾਰ ਖਤਮ ਕਰਦੇ ਨੇ, ਫਿਰ ਉਦੋਂ ਮੇਰੀ ਵਾਰੀ ਆਉਂਦੀ ਹੈ ਕਿ ਉਸ ਵਾਰ ਦੀ ਐਕਸਪਲੇਨੇਸ਼ਨ ਵਾਸਤੇ ਤੇ ਅਗਲਾ ਇਤਿਹਾਸ ਤੋਰਨ ਵਾਸਤੇ। This is not only religious place, this is a political also and religious. ਉਹਨਾਂ ਦੇ ਜਿਹੜੇ ਹਾਵ ਭਾਵ ਸੀਗੇ, ਉਹਨਾਂ ਦੀ ਮਾਨਸਿਕਤਾ, ਕਿਉਂਕਿ ਉਹ ਸਮਝਣ ਦਾ ਯਤਨ ਕਰ ਰਹੇ ਸੀਗੇ ਕਿ ਇਹ ਕੀ ਬੋਲ ਰਹੇ ਨੇ। ਉਸ ਸਮੇਂ ਮੇਰੇ ਜਿਹੜਾ ਕਿ ਦਿਮਾਗ ਦੇ ਵਿੱਚ ਇਹ ਗੱਲ ਆਈ ਕਿ ਜੋ ਇਹ ਇਤਿਹਾਸਕ ਪ੍ਰਕਰਨ ਚੱਲ ਰਿਹਾ ਹੈ, ਇਸ ਨੂੰ ਅੰਗਰੇਜ਼ੀ ਦੇ ਵਿੱਚ ਥੋੜਾ ਜਿਹਾ ਇਹਨਾਂ ਨੂੰ ਸਮਝਾਉਣ ਦਾ ਯਤਨ ਜਿਹੜਾ ਆ ਉਹ ਕੀਤਾ ਜਾਵੇ। Okay, we are not a street singer like in your countries, America and Canada, which are singers are standing on the streets. ਜਦੋਂ ਸਪੀਚ ਚੱਲਦੀ ਪਈ ਸੀਗੀ, ਉਹਨਾਂ ਦੇ ਵਿੱਚੋਂ ਇੱਕ ਸ਼ਖਸ ਜੋ ਕਿ ਸਾਹਮਣੇ ਉਹ ਬਕਾਇਦਾ ਉਸਨੇ ਧੰਨਵਾਦ ਕੀਤਾ। It is the reward of appreciation of our people. ਜਿੰਨਾ ਕੁ ਮੇਰਾ ਇੰਗਲਿਸ਼ ਦਾ ਲੈਵਲ ਸੀਗਾ, ਸੋ ਉਸ ਹਿਸਾਬ ਦੇ ਨਾਲ ਮੇਰੇ ਮਨ ਦੇ ਵਿੱਚ ਇਹ ਖਿਆਲ ਆਇਆ ਕਿ ਜਿਸ ਵਿਰਾਸਤ ਦੇ ਨਾਲ ਅਸੀਂ ਜੁੜੇ ਹਾਂ, ਅਸੀਂ ਕਹਿੰਦੇ ਹਾਂ ਕਿ ਸਾਡੀ ਵਿਰਾਸਤ ਬਹੁਤ ਅਮੀਰ ਹੈ, ਤੇ ਉਹਨਾਂ ਦੀ ਮਾਨਸਿਕਤਾ ਮੈਂ ਦੇਖੀ ਕਿ ਇਹ ਵੱਖ-ਵੱਖ ਅੰਦਾਜ਼ੇ ਲਗਾ ਰਹੇ ਨੇ। Our politics is under in our religious principles. Okay, are you understand what is the significance of this place? ਸਵਾਬ ਇਹ ਬਣਿਆ ਕਿ ਸਾਡਾ ਜਦੋਂ ਉਹ ਵਿਦੇਸ਼ੀ ਜਿਨ੍ਹਾਂ ਦੀ ਗਿਣਤੀ 4 ਸੀਗੀ, 4 ਵਿਦੇਸ਼ੀ, ਉਹ ਜਿਸ ਸਮੇਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕੋਲ ਆਏ, ਜਿੱਥੇ ਹਰ ਰੋਜ਼ ਢਾਡੀ ਸਿੰਘਾਂ ਦਾ ਦੀਵਾਨ ਲੱਗਦਾ ਹੈ, ਸੰਗਤ ਤੋਂ ਇਜਾਜ਼ਤ ਲੈ ਕੇ ਕਿ ਜੇ ਸੰਗਤ ਦੀ ਇਜਾਜ਼ਤ ਹੋਵੇ ਤੇ ਵਿਦੇਸ਼ੀ ਸਾਡੇ ਵਿੱਚ ਬੈਠੇ ਨੇ ਤੇ ਉਹਨਾਂ ਨੂੰ ਉਹਨਾਂ ਦੀ ਭਾਸ਼ਾ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ। Okay, are you understand what is the significance of this place? And secondly, I will talking about what we are. ਇੱਕ ਪ੍ਰਚਾਰਕ ਨੂੰ ਮਲਟੀਲਿੰਗੁਅਲ ਜ਼ਰੂਰ ਹੋਣਾ ਚਾਹੀਦਾ। We are not that type of singers. We are spiritual singers. ਹਰ ਰੋਜ਼ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ 3 ਢਾਡੀ ਜਥੇ ਲੱਗਦੇ ਨੇ, ਜਿਨ੍ਹਾਂ ਦਾ ਸਮਾਂ 9 ਵਜੇ ਤੋਂ ਲੈ ਕੇ 3 ਵਜੇ ਤੱਕ ਹੁੰਦਾ। 2-2 ਘੰਟੇ ਇੱਕ ਢਾਡੀ ਜਥੇ ਦਾ ਟਾਈਮ ਹੁੰਦਾ। ਸੋ ਉਸ ਦਿਨ ਜਿਸ ਦਿਨ ਸਾਡੀ ਇਹ ਵੀਡੀਓ ਰਿਕਾਰਡਿੰਗ ਹੋ ਕੇ ਉਸ ਤੋਂ ਬਾਅਦ ਜਿਹੜੀ ਕਿ ਵਾਇਰਲ ਹੋਈ ਹੈ, ਉਹਦੇ ਵਿੱਚ ਇਹ ਸਾਡਾ ਪਹਿਲਾ ਟਾਈਮ ਸੀਗਾ 9 ਤੋਂ 11 ਵਾਲਾ। And that this place was a religious and political capital of Punjab. ਵੀਡੀਓ ਜਦੋਂ ਵਾਇਰਲ ਹੋਈ ਹੈ ਤੇ ਕੁਝ ਸਿੱਖ ਸੰਗਤਾਂ ਦੇ ਵੱਲੋਂ ਇਹ ਸਵਾਲ ਵੀ ਚੁੱਕੇ ਜਾ ਰਿਹਾ ਕਿ 6ਵੇਂ ਪਾਤਸ਼ਾਹ ਜੀ ਦੇ ਅਸਥਾਨ ਦੇ ਉੱਪਰ ਆਪਣੀ ਮਾਤ ਭਾਸ਼ਾ ਨੂੰ ਹੀ ਤਰਜੀਹ ਦੇਣੀ ਚਾਹੀਦੀ ਹੈ। ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਚਰਚਾ ਬਟੋਰ ਰਿਹਾ ਹੈ, ਜਿਸ ਦੇ ਵਿੱਚ ਇੱਕ ਨੌਜਵਾਨ ਢਾਡੀ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਇੰਗਲਿਸ਼ ਦੇ ਵਿੱਚ ਸਿੱਖ ਹਿਸਟਰੀ ਨੂੰ ਦੱਸਿਆ ਜਾਂਦਾ ਹੈ, ਜਿੱਥੇ ਸਾਹਮਣੇ ਸੰਗਤ ਬੈਠੀ ਹੁੰਦੀ ਹੈ ਔਰ ਉਸ ਦੇ ਵਿੱਚ ਗੋਰੇ ਵੀ ਬੈਠੇ ਹੁੰਦੇ ਨੇ, ਉਹਨਾਂ ਦੇ ਕਰਕੇ ਤਾਂ ਕਿ ਉਹਨਾਂ ਨੂੰ ਸਮਝ ਲੱਗ ਸਕੇ ਕਿ ਸਿੱਖ ਇਤਿਹਾਸ ਕੀ ਸੀ। ਉਹਨਾਂ ਦੇ ਲਈ ਇਸ ਨੌਜਵਾਨ ਨੇ ਇੰਗਲਿਸ਼ ਦੇ ਵਿੱਚ ਬੋਲ ਕੇ ਸਾਰਾ ਸਿੱਖ ਇਤਿਹਾਸ ਉਹਨਾਂ ਨੂੰ ਦੱਸਿਆ। ਤੇ ਅੱਜ ਸਾਡੇ ਨਾਲ ਨੇ ਗੁਰਸੇਵਕ ਜੀਤ ਸਿੰਘ, ਉਹਨਾਂ ਨਾਲ ਗੱਲਬਾਤ ਕਰਾਂਗੇ। ਬਾਈ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋ ਪੰਜਾਬ ਟੀਵੀ ਤੇ। ਜੀ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਤੁਹਾਡੇ ਬਾਰੇ ਪੁੱਛਣਾ ਚਾਹਾਂਗਾ, ਤੁਸੀਂ ਆਪਣੇ ਬਾਰੇ ਦੱਸੋ, ਤੁਸੀਂ ਕਿੱਥੋਂ ਤੇ ਤੁਸੀਂ ਕੀ ਸਟੱਡੀ ਕੀਤੀ ਹੋਈ ਹੈ? ਜੀ, ਮੈਂ ਗੁਰਦਾਸਪੁਰ ਜ਼ਿਲ੍ਹੇ ਦੇ ਇੱਕ ਇਤਿਹਾਸਕ ਟਾਊਨ ਜੋ ਕਿ ਕਲਾਨੌਰ, ਉਹਦੇ ਲਾਗੇ ਇੱਕ ਛੋਟਾ ਜਿਹਾ ਪਿੰਡ ਹੈ ਕੋਟਲਾ ਮੁਗਲਾ, ਤੇ ਉਸ ਤੋਂ ਇਲਾਵਾ ਮੈਂ ਆਪਣੀ ਸਕੂਲਿੰਗ ਖਤਮ ਕਰਕੇ ਸੰਤ ਕਰਤਾਰ ਸਿੰਘ ਜੀ ਖਾਲਸਾ ਸਿੱਖ ਮਿਸ਼ਨਰੀ ਕਾਲਜ ਤੋਂ 3 ਸਾਲ ਦਾ ਪ੍ਰਚਾਰਕ ਦਾ ਕੋਰਸ ਕੀਤਾ ਸੀਗਾ, ਤੇ ਬਾਅਦ ਵਿੱਚ ਪ੍ਰਾਈਵੇਟ ਤੌਰ ਤੇ ਮੈਂ ਗ੍ਰੈਜੂਏਸ਼ਨ ਕੀਤੀ ਹੈ। ਬਾਕੀ ਮੇਰੀ ਸਟੱਡੀ ਹੁਣ ਚੱਲਦੀ ਪਈ। ਤਾਂ ਬਾਈ ਜੀ, ਤੁਹਾਡੀ ਵੀਡੀਓ ਦੇਖ ਰਹੇ ਸੀ ਸੋਸ਼ਲ ਮੀਡੀਆ ਦੇ ਉੱਪਰ, ਜਿਹੜੀ ਖੂਬ ਜਿਹੜੀ ਚਰਚਾ ਦੇ ਵਿੱਚ ਆ ਰਹੀ ਹੈ, ਤਾਂ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਤੁਸੀਂ ਪ੍ਰੋਫੈਸ਼ਨਲੀ ਢਾਡੀ ਜਥਾ ਦੇ ਵਿੱਚ ਸ਼ਾਮਲ ਹੋ ਜਾਂ ਉਸ ਦਿਨ ਤੁਸੀਂ ਕੋਈ ਸਬੱਬ ਬਣਿਆ ਤਾਂ ਉੱਥੇ ਸੀ? ਨਹੀਂ, ਮੈਂ 1 ਸਾਲ ਤੋਂ ਇਸ ਫੀਲਡ ਦੇ ਨਾਲ ਜੁੜਿਆ ਹੋਇਆ ਵਾਂ। ਸਿੱਖ ਧਰਮ ਦੇ ਵਿੱਚ ਪ੍ਰਚਾਰ ਖੇਤਰ ਦਾ ਜਿਹੜਾ ਇਹ ਢਾਡੀ ਕਲਾ ਦੀ ਜੋ ਰਵਾਇਤ ਹੈ, ਮੈਂ 1 ਸਾਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜ਼ਰੀਏ ਇਸ ਢਾਡੀ ਜਥੇ ਦੇ ਇਸ ਖੇਤਰ ਦੇ ਨਾਲ ਜਿਹੜਾ ਮੇਰਾ ਤਾਲੁਕਾਤ ਜੁੜਿਆ ਹੋਇਆ। ਜੇ ਮੈਂ ਗੱਲ ਕਰਾਂ ਉਸੇ ਆਪਾਂ ਵੀਡੀਓ ਤੇ ਚੱਲਦੇ ਹਾਂ, ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਤੁਸੀਂ ਢਾਡੀ ਜਥੇ ਦੇ ਵਿੱਚ ਸ਼ਾਮਲ ਹੁੰਦੇ ਹੋ, ਪਹਿਲਾਂ ਸ਼ਬਦ ਗਾਇਨ ਕਰ ਰਹੇ ਹੁੰਦੇ ਹੋ ਤੇ ਉਸ ਤੋਂ ਬਾਅਦ ਤੁਸੀਂ ਅਚਾਨਕ ਇੰਗਲਿਸ਼ ਦੇ ਵਿੱਚ ਜਿਹੜਾ ਸਿੱਖ ਹਿਸਟਰੀ ਦੱਸਣ ਲੱਗਦੇ ਹੋ, ਤਾਂ ਉਹ ਸਬੱਬ ਕਿਵੇਂ ਬਣਿਆ? ਮਤਲਬ ਤੁਹਾਡੇ ਮਾਈਂਡ ਦੇ ਵਿੱਚ ਕਿਵੇਂ ਆਇਆ? ਤੁਸੀਂ ਸ਼ਬਦ ਗਾ ਰਹੇ ਸੀ ਪਹਿਲਾਂ
ਤੇ ਉਸ ਤੋਂ ਬਾਅਦ ਇੱਕੋ ਦਮ ਤੁਸੀਂ ਜਿਹੜਾ ਬੜੇ ਜੋਸ਼ੀਲੇ ਢੰਗ ਦੇ ਨਾਲ, ਇੱਕ ਤੁਹਾਡਾ ਕਹਿ ਲਈਏ ਕਿ ਤੁਸੀਂ ਜਦੋਂ ਬੋਲੇ ਤਾਂ ਬੋਲਣ ਦਾ ਲਹਿਜਾ ਵੀ ਜਿਹੜਾ ਬੜਾ ਜੋਸ਼ੀਲਾ ਸੀ, ਜੋ ਤੁਸੀਂ ਸਿੱਖ ਹਿਸਟਰੀ ਦੱਸ ਰਹੇ ਸੀ। ਜੀ, ਜਿੱਥੋਂ ਜਿਹੜੇ ਢਾਡੀ ਜਥੇ ਹਰ ਰੋਜ਼ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ 3 ਢਾਡੀ ਜਥੇ ਲੱਗਦੇ ਨੇ, ਜਿਨ੍ਹਾਂ ਦਾ ਸਮਾਂ 9 ਵਜੇ ਤੋਂ ਲੈ ਕੇ 3 ਵਜੇ ਤੱਕ ਹੁੰਦਾ। 2-2 ਘੰਟੇ ਇੱਕ ਢਾਡੀ ਜਥੇ ਦਾ ਟਾਈਮ ਹੁੰਦਾ। ਸੋ ਉਸ ਦਿਨ, ਜਿਸ ਦਿਨ ਸਾਡੀ ਇਹ ਵੀਡੀਓ ਰਿਕਾਰਡਿੰਗ ਹੋ ਕੇ ਉਸ ਤੋਂ ਬਾਅਦ ਜਿਹੜੀ ਕਿ ਵਾਇਰਲ ਹੋਈ ਹੈ, ਉਸ ਦਿਨ 31 ਜਨਵਰੀ ਸੀ। ਤੇ 31 ਜਨਵਰੀ ਦੀ ਇਸ ਢਾਡੀ ਜਥਿਆਂ ਦੀ ਜੋ ਸੀਰੀਜ਼ ਚੱਲਦੀ ਹੈ, ਜੋ ਉਹਨਾਂ ਦੇ ਸਮੇਂ ਦੀ ਰੁਟੀਨ, ਉਹਦੇ ਵਿੱਚ ਇਹ ਸਾਡਾ ਪਹਿਲਾ ਟਾਈਮ ਸੀਗਾ 9 ਤੋਂ 11 ਵਾਲਾ। ਤੇ ਉਹਦੇ ਵਿੱਚ ਸਾਡੇ ਜਥੇ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਬਾਅਦ ਵਿੱਚ ਸਿੱਖ ਸੰਘਰਸ਼ ਜਿਸ ਤਰ੍ਹਾਂ ਉੱਠਦਾ ਹੈ, ਉਸ ਤੋਂ ਬਾਅਦ ਆਪਣੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਲੈ ਕੇ ਤੇ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਤੱਕ, ਜਿੱਥੇ ਅਹਿਮਦ ਸ਼ਾਹ ਅਬਦਾਲੀ ਦਾ ਚੌਥਾ ਹਮਲਾ ਹੁੰਦਾ ਹੈ, ਇਹ ਸਾਰਾ ਜਿਹੜਾ ਸਿੱਖ ਇਤਿਹਾਸ ਦਾ ਟਾਈਮ ਪੀਰੀਅਡ ਸਾਡੇ ਵੱਲੋਂ ਸੁਣਾਇਆ ਜਾ ਰਿਹਾ ਸੀਗਾ ਤੇ ਵਾਰਾਂ ਦੇ ਰਾਹੀਂ ਜਿਹੜਾ ਹੈ ਸੰਗਤ ਦੇ ਸਾਹਮਣੇ ਗਾਇਨ ਕੀਤਾ ਜਾ ਰਿਹਾ ਸੀਗਾ। ਤੇ ਇਸੇ ਤਰੀਕੇ ਨਾਲ ਹੀ ਜਿਵੇਂ ਰੂਟੀਨ ਦੇ ਵਿੱਚ ਵਿਦੇਸ਼ੀ ਆਉਂਦੇ ਨੇ, ਸੈਲਾਨੀ ਆਉਂਦੇ ਨੇ, ਬਾਕੀ ਵੀ ਆਊਟ ਆਫ ਸਟੇਟ ਤੇ ਆਊਟ ਆਫ ਕੰਟਰੀ ਬਹੁਤ ਸਾਰੇ ਲੋਕ ਜਿਹੜੇ ਆ ਆਉਂਦੇ ਨੇ ਸ਼੍ਰੀ ਦਰਬਾਰ ਸਾਹਿਬ ਵਿਖੇ। ਤੇ ਉਸ ਦਿਨ ਸਬੱਬ ਇਹ ਬਣਿਆ ਕਿ ਸਾਡਾ ਜਦੋਂ ਉਹ ਵਿਦੇਸ਼ੀ, ਜਿਨ੍ਹਾਂ ਦੀ ਗਿਣਤੀ 4 ਸੀਗੀ, 4 ਵਿਦੇਸ਼ੀ, ਉਹ ਜਿਸ ਸਮੇਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕੋਲ ਆਏ, ਜਿੱਥੇ ਹਰ ਰੋਜ਼ ਢਾਡੀ ਸਿੰਘਾਂ ਦਾ ਦੀਵਾਨ ਲੱਗਦਾ ਹੈ, ਉਹ ਜਦੋਂ ਉਹਨਾਂ ਦੀ ਆਮਦ ਉਸ ਸਟੇਜ ਤੇ ਹੁੰਦੀ ਹੈ ਸੰਗਤ ਦੇ ਲਾਗੇ, ਜਿੱਥੇ ਢਾਡੀ ਸਿੰਘਾਂ ਦਾ ਦੀਵਾਨ, ਜਦੋਂ ਉੱਥੇ ਉਹਨਾਂ ਦੀ ਆਮਦ ਹੁੰਦੀ ਹੈ, ਉਸ ਸਮੇਂ ਸਾਡੇ ਢਾਡੀ ਜਥੇ ਦੇ ਜਿਹੜੇ ਸਿੰਘ ਸੀਗੇ ਉਹ ਵਾਰ ਗਾਇਨ ਕਰ ਰਹੇ ਸੀਗੇ। ਤੇ ਜਦੋਂ ਉਹਨਾਂ ਨੇ ਸਾਜ਼ ਸੁਣੇ, ਢੱਡ ਤੇ ਸਰੰਗੀ ਦਾ ਜਿਹੜਾ ਸਾਜ਼ਾਂ ਦਾ ਰੰਗ ਹੈ, ਤੇ ਜੇ ਕਿਸੇ ਬੰਦੇ ਨੂੰ ਪੰਜਾਬੀ ਨਹੀਂ ਵੀ ਆਉਂਦੀ, ਉਹ ਵੀ ਉਹਨਾਂ ਸਾਜ਼ਾਂ ਦੇ ਵੱਲ ਖਿੱਚਿਆ ਚੱਲਿਆ ਜਾਂਦਾ, ਕਿਉਂਕਿ ਢੱਡ ਤੇ ਸਰੰਗੀ ਦਾ ਜਿਹੜਾ ਉਹ ਸਵਾਦ ਹੀ ਬਹੁਤ, ਜਿਹੜਾ ਹੈ ਉਹ ਰੰਗ ਹੀ ਬਹੁਤ ਅਲੱਗ ਹੈ। ਉਹ ਹਰੇਕ ਵਾਸਤੇ ਜਿਹੜਾ ਉਹ ਇੱਕ ਖਿੱਚ ਦਾ ਕੇਂਦਰ ਬਣਦਾ ਹੈ। ਸੋ ਅੰਗਰੇਜ਼ਾਂ ਦੇ ਨਾਲ, ਉਹਨਾਂ ਵਿਦੇਸ਼ੀਆਂ ਦੇ ਨਾਲ ਵੀ ਇਸੇ ਤਰ੍ਹਾਂ ਹੀ ਹੋਇਆ। ਜਦੋਂ ਸਿੰਘ ਵਾਰ ਗਾਇਨ ਕਰ ਰਹੇ ਸੀ ਤੇ ਉਹ ਦੇਖ ਕੇ ਤੇ ਸੰਗਤ ਦੇ ਵਿੱਚ ਬੈਠ ਜਾਂਦੇ ਨੇ। ਤੇ ਬਾਅਦ ਵਿੱਚ ਜਦੋਂ ਢਾਡੀ ਸਿੰਘ ਜਦੋਂ ਆਪਣੀ ਵਾਰ ਖਤਮ ਕਰਦੇ ਨੇ, ਫਿਰ ਉਦੋਂ ਮੇਰੀ ਵਾਰੀ ਆਉਂਦੀ ਹੈ ਕਿ ਉਸ ਵਾਰ ਦੀ ਐਕਸਪਲੇਨੇਸ਼ਨ ਵਾਸਤੇ ਤੇ ਅਗਲਾ ਇਤਿਹਾਸ ਤੋਰਨ ਵਾਸਤੇ। ਸੋ ਮੈਂ ਉਸ ਸਮੇਂ ਜਿਹੜਾ ਮੇਰੇ ਸਾਹਮਣੇ ਆਇਆ ਕਿ ਇਹ ਉਹਨਾਂ ਦੇ ਜਿਹੜੇ ਹਾਵ ਭਾਵ ਸੀਗੇ, ਉਹਨਾਂ ਦੀ ਮਾਨਸਿਕਤਾ, ਕਿਉਂਕਿ ਉਹ ਸਮਝਣ ਦਾ ਯਤਨ ਕਰ ਰਹੇ ਸੀਗੇ ਕਿ ਇਹ ਕੀ ਬੋਲ ਰਹੇ ਨੇ। ਸੋ ਮੈਂ ਉਸ ਸਮੇਂ ਮੇਰੇ ਜਿਹੜਾ ਕਿ ਦਿਮਾਗ ਦੇ ਵਿੱਚ ਇਹ ਗੱਲ ਆਈ ਕਿ ਜੋ ਇਹ ਇਤਿਹਾਸਕ ਪ੍ਰਕਰਨ ਚੱਲ ਰਿਹਾ ਹੈ, ਇਸ ਨੂੰ ਅੰਗਰੇਜ਼ੀ ਦੇ ਵਿੱਚ ਥੋੜਾ ਜਿਹਾ ਇਹਨਾਂ ਨੂੰ ਸਮਝਾਉਣ ਦਾ ਯਤਨ ਜਿਹੜਾ ਆ ਉਹ ਕੀਤਾ ਜਾਵੇ। ਤੇ ਉਸ ਤੋਂ ਇਲਾਵਾ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਹੱਤਤਾ ਹੈ, ਕਿਉਂਕਿ ਜ਼ਿਆਦਾਤਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੀ ਦਰਬਾਰ ਸਾਹਿਬ ਦੇ ਬਾਰੇ ਜੋ ਭਾਵਨਾਵਾਂ ਕਿ ਇਹ ਸਿਰਫ ਇੱਕ ਧਾਰਮਿਕ ਜਗ੍ਹਾ, ਪਰ ਇਹ ਹੈ ਕਿ ਇਹ ਸਿੱਖ ਧਰਮ ਦੀ ਦੀਨੀ ਬਾਦਸ਼ਾਹੀ ਦਾ ਕੇਂਦਰ ਹੈ। ਸ਼੍ਰੀ ਅਕਾਲ ਤਖਤ ਸਾਹਿਬ, ਕਿਉਂਕਿ ਸ਼੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਾਜਨਾ ਸਿੱਖ ਕੌਮ ਨੂੰ ਦੁਨੀਆ ਦੇ ਇਤਿਹਾਸ ਦੇ ਵਿੱਚ ਇੱਕ ਰਾਜਨੀਤਿਕ ਕੌਮ ਵਜੋਂ ਤਸਲੀਮ ਕਰਨ ਦੀ, ਜੋ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਇਹ ਜਿਹੜਾ ਸਮੁੱਚਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਪ੍ਰਤੀ ਸੰਕਲਪ ਸੀਗਾ ਕਿ ਸਿੱਖ ਕੌਮ ਇੱਕ ਰਾਜਨੀਤਿਕ ਕੌਮ ਦੇ ਵਜੋਂ ਦੁਨੀਆ ਦੇ ਇਤਿਹਾਸ ਵਿੱਚ ਮਕਬੂਲ ਹੋਈ। ਸੋ ਇਸ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਹੱਤਤਾ ਨੂੰ, ਤੇ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਜੋ ਢਾਡੀ ਕਲਾ ਆ, ਜੋ ਢਾਡੀ ਕਲਾ ਦਾ ਆਗਾਜ਼ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਇਆ, ਸੋ ਢਾਡੀ ਕਲਾ ਦੀ ਮਹੱਤਤਾ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਹੱਤਤਾ ਦੇ ਬਾਰੇ ਜਿਹੜਾ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਮੈਂ ਉਹੀ ਗੱਲ ਇੱਕ ਵਾਰ ਮੈਂ ਉਹੀ ਪੁੱਛ ਰਿਹਾ ਸੀ ਕਿ ਜਿਵੇਂ ਤੁਸੀਂ ਸ਼ਬਦ ਗਾਇਨ ਕਰ ਰਹੇ ਸੀਗੇ, ਪਰ ਜੋ ਤੁਸੀਂ ਸਾਹਮਣੇ ਬੈਠੇ ਆਡੀਅנס ਵੱਲ ਵੇਖਿਆ, ਹਾਲਾਂਕਿ ਤੁਸੀਂ ਆਪ ਖੁਦ ਕਿਹਾ ਕਿ ਉਹਨੇ ਗਿਣਤੀ 4 ਜਾਂ 5 ਸੀ, ਪਰ ਇੱਕੋਦਮ ਜਿਵੇਂ ਮੈਂ ਉਹੀ ਪੁੱਛ ਰਿਹਾ ਸੀ ਕਿ ਇੱਕੋਦਮ ਤੁਹਾਡੇ ਮਾਈਂਡ 'ਚ ਕਿਵੇਂ ਐਕਟੀਵੇਟ ਹੋਇਆ ਤੁਹਾਡਾ ਮਨ ਕਿ ਹਾਂ ਨਹੀਂ ਹੁਣ ਇੰਗਲਿਸ਼ 'ਚ ਬੋਲਣਾ ਹੈ, ਕਿਉਂਕਿ ਤੁਸੀਂ ਆਪਣੀ ਲਹਿ ਦੇ ਵਿੱਚ ਚੱਲ ਰਹੇ ਸੀਗੇ, ਪਰ ਜੋ ਤੁਸੀਂ ਉਹਨਾਂ ਨੂੰ ਦੇਖਦੇ ਹੋ ਇੱਕੋਦਮ ਤੁਸੀਂ ਇੰਗਲਿਸ਼ ਦੇ ਵਿੱਚ ਸ਼ੁਰੂ ਹੋ ਜਾਂਦੇ ਹੋ। ਤੇ ਉਹ ਜਿਹੜੀ ਹੈ ਲੋਕਾਂ ਦੇ ਵੱਲੋਂ ਕਾਫੀ, ਕਿਉਂਕਿ ਜਿਹੜੀ ਵੀਡੀਓ ਵਾਇਰਲ ਹੋਈ ਹੈ ਉਹ ਵੀ ਉੱਥੇ ਕਿਸੇ ਸੰਗਤ ਦੇ ਵੱਲੋਂ ਬਣਾਈ ਗਈ ਹੋਣੀ ਹੈਗੀ, ਜਿਹੜੀ ਵੀਡੀਓ ਬਾਅਦ ਦੇ ਵਿੱਚ ਬਹੁਤ ਚੱਲੀ ਤੇ ਲੋਕਾਂ ਨੇ ਪਸੰਦ ਵੀ ਖੂਬ ਕੀਤਾ ਉਸ ਗੱਲ ਨੂੰ। ਜੀ ਦੇਖੋ, ਜਦੋਂ ਜਦੋਂ ਬੈਠੇ ਸੀਗੇ ਤਾਂ ਆਟੋਮੈਟਿਕ ਹੀ ਮਨ ਦੇ ਵਿੱਚ ਇਹ ਗੱਲ ਆਪਣੀ ਸੁਭਾਵਿਕ ਹੀ ਹੈ ਕਿ ਜਿਸ ਵਿਰਾਸਤ ਦਾ ਅਸੀਂ ਪ੍ਰਚਾਰ ਕਰ ਰਹੇ ਹਾਂ ਤੇ ਜਿੰਨਾ ਕੁ ਮੇਰਾ ਇੰਗਲਿਸ਼ ਦਾ ਲੈਵਲ ਸੀਗਾ, ਸੋ ਉਸ ਹਿਸਾਬ ਦੇ ਨਾਲ ਸੋ ਮੇਰੇ ਮਨ ਦੇ ਵਿੱਚ ਇਹ ਖਿਆਲ ਆਇਆ ਕਿ ਜਿਸ ਵਿਰਾਸਤ ਦੇ ਨਾਲ ਅਸੀਂ ਜੁੜੇ ਹਾਂ, ਅਸੀਂ ਕਹਿੰਦੇ ਹਾਂ ਕਿ ਸਾਡੀ ਵਿਰਾਸਤ ਬਹੁਤ ਅਮੀਰ ਹੈ, ਤੇ ਉਹਨਾਂ ਦੀ ਮਾਨਸਿਕਤਾ ਮੈਂ ਦੇਖੀ ਕਿ ਇਹ ਵੱਖ-ਵੱਖ ਅੰਦਾਜ਼ੇ ਲਗਾ ਰਹੇ ਨੇ। ਸੋ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਸੋ ਦੂਸਰਾ ਜਿਹੜਾ ਮੇਰੇ ਖਿਆਲ ਇਹ ਸੀਗਾ ਕਿ
ਜੋ ਉਸ ਵੀਡੀਓ ਦੇ ਵਿੱਚ ਵੀ ਮੈਂ ਜ਼ਿਕਰ ਕੀਤਾ ਕਿ ਤੁਸੀਂ ਉਸ ਵੀਡੀਓ ਦੇ ਵਿੱਚ ਜਿਹੜੀ ਵੀਡੀਓ ਵਾਇਰਲ ਹੋਈ ਹੈ, ਇੱਕ ਮਨ ਦੇ ਵਿੱਚ ਖਿਆਲ ਇਹ ਸੀਗਾ ਕਿ ਜਿਸ ਤਰ੍ਹਾਂ ਫੋਰਨ ਕੰਟਰੀਜ਼ ਦੇ ਵਿੱਚ ਜਿਵੇਂ ਚੌਂਕਾਂ ਦੇ ਉੱਪਰ ਖਲੋ ਕੇ ਕਈ ਜਿਹੜੇ ਸਿੰਗਰ ਹੱਥਾਂ ਦੇ ਵਿੱਚ ਗਿਟਾਰ ਲੈ ਕੇ ਜਾਂ ਹੋਰ ਜਿਹੜੇ ਵਿਦੇਸ਼ੀ ਸਾਜ਼ ਲੈ ਕੇ ਤੇ ਆਪਣੀ ਉਪਜੀਵਕਾ ਚਲਾਉਂਦੇ ਨੇ, ਤੇ ਕਈ ਵਾਰ ਗੈਰ ਲੋਕਾਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਲੱਗੇ ਹੋਏ ਢਾਡੀਆਂ ਦੇ ਪ੍ਰਤੀ ਇਹੋ ਜਿਹੀ ਭਾਵਨਾ ਵੀ ਉਹਨਾਂ ਦੇ ਮਨ ਦੇ ਵਿੱਚ ਆਉਣੀ ਸੁਭਾਵਿਕ ਹੋ ਜਾਂਦੀ ਹੈ। ਤੁਹਾਡੇ ਨਾਲ ਹੋਇਆ ਕਦੇ ਕੋਈ ਏਦਾਂ ਦਾ ਇਨਸੀਡੈਂਸ? ਨਹੀਂ, ਇਸ ਤਰ੍ਹਾਂ ਦਾ ਇਸ ਤਰ੍ਹਾਂ ਦੀ ਘਟਨਾ ਕੋਈ ਨਹੀਂ ਹੋਈ। ਮੈਂ ਇਹ ਆ ਕਿ ਮੇਰੇ ਮਨ ਦੇ ਵਿੱਚ ਇਹ ਸੀ ਕਿ ਕਿਤੇ ਅੰਗਰੇਜ਼ ਜਿਹੜੇ ਉਹ ਵਿਦੇਸ਼ੀ ਨੇ ਉਹਨਾਂ, ਹਾਂਜੀ, ਕਿਉਂਕਿ ਸੁਭਾਵਿਕ ਹੈ ਕਿ ਜਿਸ ਤਰ੍ਹਾਂ ਸੰਗਤ ਢਾਡੀ ਸਿੰਘਾਂ ਦੇ ਅੱਗੇ ਮਾਇਆ ਵੀ ਰੱਖਦੀ ਹੈ, ਕਿਉਂਕਿ ਉਹਨਾਂ ਨੂੰ ਤੇ ਸਾਡੇ ਬਾਰੇ, ਸਾਡੀ ਵਿਰਾਸਤ ਦੇ ਬਾਰੇ ਬਿਲਕੁਲ ਨਹੀਂ ਪਤਾ। ਹੁਣ ਤੁਸੀਂ ਇੱਕ ਮੈਂ ਉਦਾਹਰਨ ਦੇ ਕੇ ਮੈਂ ਤੁਹਾਨੂੰ ਇਸ ਗੱਲ ਜਿਹੜੀ ਹੈ ਸਪਸ਼ਟ ਕਰਨਾ ਚਾਹੁੰਦਾ। ਹੁਣ ਤੁਸੀਂ ਦੇਖੋ, ਪੰਜਾਬ ਦੇ ਵਿੱਚ ਤੁਸੀਂ ਕਈ ਗੱਲਾਂ ਸੁਣੀਆਂ ਹੋਣਗੀਆਂ ਕਿ ਇਹ ਫਲਾਣੇ ਬੰਦੇ ਦੀ ਪੱਗ ਲਾਤੀ ਤੇ ਜਿਸ ਦੀ ਪੱਗ ਲਾਈ ਉਹਨੇ ਉਸ ਦਾ ਕਤਲ ਕਰ ਦਿੱਤਾ। ਠੀਕ ਹੈ ਜੀ। ਹੁਣ ਇਹ ਗੱਲ ਜੇ ਤੁਸੀਂ ਕਿਸੇ ਗੈਰ ਸਿੱਖ ਨੂੰ, ਗੈਰ ਪੰਜਾਬੀ ਨੂੰ ਤੁਸੀਂ ਦੱਸੋਗੇ, ਉਹਨੂੰ ਬੜੀ ਔੜ ਜੀ ਲੱਗੇਗੀ, ਯਾਰ ਫਿਰ ਕੀ ਹੋਇਆ, ਪੱਗ ਹੀ ਲੱਥੀ ਸੀ। ਪਰ ਉਸੇ ਤਰ੍ਹਾਂ ਕਿ ਕਿ ਜੇ ਹੁਣ ਤੁਸੀਂ ਦੇਖੋ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਜਿਹੜੇ ਢਾਡੀ ਜਥਿਆਂ ਦੇ ਜਿਹੜੇ ਦੀਵਾਨ ਨੇ, ਉਹਨਾਂ ਨੂੰ ਮਤਲਬ ਇਸ ਤਰੀਕੇ ਨਾਲ ਸਮਝ ਲੈਣਾ ਕਿ ਇਹ ਵੀ ਉਸ ਤਰੀਕੇ ਦੇ ਸਿੰਗਰ ਨਾ ਹੋਣ ਜਿਸ ਤਰ੍ਹਾਂ ਦੇ ਸਾਡੇ ਦੇਸ਼ਾਂ ਦੇ ਵਿੱਚ ਨੇ। ਸੋ ਹਾਂਜੀ, ਕਿ ਢਾਡੀ ਕਲਾ ਜਿਹੜੀ ਹੈ ਇਹ ਜੋ ਆਪਣੇ ਢਾਡੀ ਕਲਾ ਹੈ, ਇਹ ਸਿੱਖ ਧਰਮ ਦੀਆਂ ਜਿਹੜੀਆਂ ਸੰਗੀਤਕ ਰਵਾਇਤਾਂ ਉਹਨਾਂ ਦੇ ਵਿੱਚੋਂ ਇੱਕ ਆ, ਤੇ ਇਹ ਖੁਦ 6ਵੇਂ ਪਾਤਸ਼ਾਹ ਜੀ ਨੇ ਸ਼ੁਰੂ ਕੀਤੀ ਇਸ ਮੰਤਵ ਨੂੰ ਸਮਝਾਉਣ ਵਾਸਤੇ ਜਿਹੜੇ ਆ ਉਹਨਾਂ ਦੇ ਸਾਹਮਣੇ ਇੰਗਲਿਸ਼ ਦੇ ਵਿੱਚ ਸਪੀਚ ਕੀਤੀ। ਮੈਂ ਉਹੀ ਗੱਲ ਤੇ ਆ ਰਿਹਾ ਸੀ ਕਿ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹ ਪਾਇਨੀਅਰ ਮੰਨੇ ਜਾਂਦੇ ਨੇ, ਤੇ ਉਹਨਾਂ ਨੇ ਪ੍ਰਮੋਟ ਵੀ ਬਹੁਤ ਕੀਤਾ ਸੀ ਢਾਡੀ ਜਥਾ ਦੀ ਜਿਹੜੀ ਕਲਾ ਸੀ ਉਸ ਸਮੇਂ, ਉਹਨਾਂ ਨੇ ਬਹੁਤ ਪ੍ਰਮੋਟ ਕੀਤਾ, ਇਸ ਨੂੰ ਅੱਗੇ ਲੈ ਕੇ ਗਏ, ਜਿਨ੍ਹਾਂ ਦੇ ਨਾਲ ਬਾਅਦ ਚੋਂ ਇਹ ਸਿੱਖ ਹਿਸਟਰੀ ਦਾ ਇੱਕ ਅੰਗ ਬਣ ਗਈ ਜੇ ਆਪਾਂ ਕਹੀਏ ਤਾਂ। ਤੇ ਤੁਹਾਡੀ ਮੈਂ ਉਹੀ ਸੋਚ ਦੀ ਗੱਲ ਕਰ ਰਿਹਾ, ਜਿਵੇਂ ਤੁਸੀਂ, ਕਿਉਂਕਿ ਇੱਕ ਤਾਂ ਤੁਸੀਂ ਖੁਦ ਯੂਥ ਨੂੰ ਰਿਪਰੈਜ਼ੈਂਟ ਕਰਦੇ ਹੋ, ਜਿਵੇਂ ਆਪਾਂ ਕਹਿੰਦੇ ਹਾਂ ਕਿ ਸਮੇਂ ਦੇ ਨਾਲ ਬੰਦੇ ਨੂੰ ਬਦਲਣਾ ਚਾਹੀਦਾ, ਤਾਂ ਇਹ ਤੁਸੀਂ ਪ੍ਰਤੱਖ ਉਸ ਦੀ ਐਗਜ਼ਾਮਪਲ ਸਾਹਮਣੇ ਸਾਡੇ ਲੈ ਕੇ ਆਏ ਹੋ। ਪਰ ਤੁਹਾਨੂੰ ਇਹ ਗੱਲ ਲੱਗਦੀ ਹੈ ਕਿ ਹਾਂ, ਜਿਵੇਂ ਤੁਸੀਂ ਲੈਂਗੁਏਜ ਬੈਰੀਅਰ ਜਿਹੜਾ ਆਪਾਂ ਸਾਰੇ ਸਟੀਰੀਓਟਾਈਪ ਗੱਲਾਂ ਹੋ ਜਾਂਦੀਆਂ ਨੇ, ਤੁਸੀਂ ਉਹ ਸਟੀਰੀਓਟਾਈਪ ਬਾਰਜ਼ ਜਿਹੜੀਆਂ ਬਣੀਆਂ ਨੇ ਉਹਨਾਂ ਨੂੰ ਤੁਸੀਂ ਤੋੜਿਆ, ਤੁਸੀਂ ਇੰਗਲਿਸ਼ ਦੇ ਵਿੱਚ ਉੱਥੇ ਹਨਾ ਬੋਲੇ ਜੀ। ਜਿੱਥੋਂ ਤੱਕ ਤੇ ਲੈਂਗੁਏਜ ਬੈਰੀਅਰ ਨੂੰ, ਜਿਹੜਾ ਲੈਂਗੁਏਜ ਬੈਰੀਅਰ ਨੂੰ ਕ੍ਰੈਸ਼ ਕਰਨ ਦੀ ਗੱਲ ਹੈ, ਸੋ ਇਹ ਵੇਖੋ ਕਿ ਜਿੱਥੇ ਤੱਕ ਸਿੱਖ ਸੰਗਤ ਦਾ ਸਵਾਲ ਹੈ, ਕਿਉਂਕਿ ਹੁਣ ਵੀਡੀਓ ਜਦੋਂ ਵਾਇਰਲ ਹੋਈ ਹੈ ਤੇ ਕੁਝ ਸਿੱਖ ਸੰਗਤਾਂ ਦੇ ਵੱਲੋਂ ਇਹ ਸਵਾਲ ਵੀ ਚੁੱਕੇ ਜਾ ਰਿਹਾ ਕਿ 6ਵੇਂ ਪਾਤਸ਼ਾਹ ਜੀ ਦੇ ਅਸਥਾਨ ਦੇ ਉੱਪਰ ਆਪਣੀ ਮਾਤ ਭਾਸ਼ਾ ਨੂੰ ਹੀ ਤਰਜੀਹ ਦੇਣੀ ਚਾਹੀਦੀ ਹੈ। ਸੋ ਇਹ ਗੱਲ ਬਿਲਕੁਲ ਜਾਇਜ਼ ਹੈ, ਕਿਉਂਕਿ ਆਪਣੀ ਮਾਤ ਭਾਸ਼ਾ ਦੇ ਪ੍ਰਤੀ ਸ਼ਰਧਾ, ਕਿਉਂਕਿ ਜੋ ਪੰਜਾਬੀ ਭਾਸ਼ਾ ਜਿਹਨੂੰ ਲਿਖਣ ਵਾਸਤੇ ਸਿੱਖ ਗੁਰਮੁਖੀ ਲਿਪੀ ਦਾ ਇਸਤੇਮਾਲ ਕਰਦੇ ਨੇ, ਠੀਕ ਹੈ ਜੀ, ਜਿਹੜੇ ਊੜੇ ਤੋਂ ਲੈ ਕੇ ਰਾੜੇ ਤੱਕ ਅੱਖਰ ਹੈ, ਗੁਰੂ ਸਾਹਿਬ ਦੀ ਆਮਦ ਦੇ ਨਾਲ ਹੀ ਇਸ ਜਗਤ ਤੇ ਆਏ। ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਬਾਣੀ ਅਕਾਲ ਪੁਰਖ ਦੇ ਹੁਕਮ ਦੇ ਨਾਲ ਉਹਨਾਂ ਨੂੰ ਨਾਜ਼ਲ ਹੋਈ, ਤੇ ਉਹਨਾਂ ਨੇ ਉਸ ਬਾਣੀ ਨੂੰ ਲਿਖਣ ਵਾਸਤੇ ਅੱਖਰ ਕਿਸੇ ਤੋਂ ਉਧਾਰੇ ਨਹੀਂ ਲਏ, ਉਹ ਅੱਖਰ ਉਹਨਾਂ ਨੇ ਆਪ ਇਜਾਦ ਕੀਤੇ। ਜਿਹੜਾ ਊੜੇ ਤੋਂ ਲੈ ਕੇ ਰਾੜੇ ਤੱਕ ਜਿਹੜੇ ਅੱਖਰ ਨੇ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤੋਂ ਪਹਿਲਾਂ ਕੋਈ ਵੀ ਲਿਖਤ ਇਹਨਾਂ ਅੱਖਰਾਂ ਦੇ ਵਿੱਚ ਨਹੀਂ ਮਿਲਦੀ। ਠੀਕ ਹੈ ਜੀ। ਸੋ ਉਹਨਾਂ ਅੱਖਰਾਂ ਨੂੰ ਕਿ ਜਿਹੜੀ ਇਸ ਖਿੱਤੇ ਦੀ ਜਿਹੜੀ ਪੰਜਾਬੀ ਭਾਸ਼ਾ ਹੈ, ਇਸ ਨੂੰ ਲਿਖਣ ਵਾਸਤੇ ਮਹਾਰਾਜ ਨੇ ਅੱਖਰ ਵੀ ਆਪਣੇ ਕਰ ਕਮਲਾਂ ਦੇ ਨਾਲ, ਆਪਣੇ ਹੱਥਾਂ ਨਾਲ ਇਜਾਦ ਕੀਤੇ। ਸੋ ਇਸ ਭਾਸ਼ਾ ਦੇ ਪ੍ਰਤੀ ਸਿੱਖ ਕੌਮ ਦੇ ਅਹਿਸਾਸ ਤੇ ਸਿੱਖ ਕੌਮ ਦੇ ਜਜ਼ਬਾਤ ਜੁੜੇ ਹੋਏ ਨੇ, ਇਹਦੇ ਵਿੱਚ ਕੋਈ ਦੋਰਾਵਾਂ ਨਹੀਂ, ਤੇ ਇਹ ਸਵਾਲ ਉੱਠਣੇ ਸੁਭਾਵਿਕ ਨੇ, ਕਿਉਂਕਿ ਇਹ ਇੱਕ ਸ਼ਰਧਾ ਦਾ ਪ੍ਰਗਟਾਅ ਹੈ ਤੇ ਇਹ ਹੋਣਾ ਵੀ ਚਾਹੀਦਾ। ਤੇ ਉਸ ਤੋਂ ਇਲਾਵਾ ਜਿਹੜੀ ਆਪਣੀ ਪੰਜਾਬੀ ਤੋਂ ਇਲਾਵਾ ਜਿਹੜੀ ਲੈਂਗੁਏਜ ਆ, ਉਹ ਸਿਰਫ ਸਾਡੇ ਵਾਸਤੇ ਇੱਕ ਸੈਕਿੰਡ ਲੈਂਗੁਏਜ ਹੋਣੀ ਚਾਹੀਦੀ ਹੈ। ਠੀਕ ਹੈ ਜੀ। ਨਾ ਕਿ ਉਹ ਜੀਵਨ ਦਾ ਗੋਲ ਹੋਣੀ ਚਾਹੀਦੀ ਹੈ। ਉਹ ਸਿਰਫ ਉਹ ਸਿਰਫ ਇਹ ਹੈ ਕਿ ਮਲਟੀਲਿੰਗੁਅਲ ਕਿਸੇ ਵੀ ਧਰਮ ਦੇ ਨਾਲ ਸੰਬੰਧਿਤ ਕੋਈ ਵੀ ਪ੍ਰਚਾਰਕ ਹੈ, ਚਾਹੇ ਉਹ ਸਿੱਖਾਂ ਦੇ ਨਾਲ ਸੰਬੰਧਿਤ ਹੈ, ਚਾਹੇ ਉਹ ਅਨਮਤੀਆਂ ਦੇ ਨਾਲ ਸੰਬੰਧਿਤ ਹੈ, ਇੱਕ ਪ੍ਰਚਾਰਕ ਨੂੰ ਮਲਟੀਲਿੰਗੁਅਲ ਜ਼ਰੂਰ ਹੋਣਾ ਚਾਹੀਦਾ। ਠੀਕ ਹੈ ਜੀ, ਕਿਉਂਕਿ ਇਹ ਸਮੇਂ ਦੀ ਵੀ ਲੋੜ ਹੈ। ਸੋ ਇਹ ਜਿੱਥੋਂ ਤੱਕ ਇਹ ਹੈ ਕਿ ਲੈਂਗੁਏਜ ਬੈਰੀਅਰ ਨੂੰ ਤੋੜਨ ਦਾ ਇਸ ਗੱਲ ਨੂੰ ਕੋਈ ਐਡੇ ਜਿਹੜਾ ਕਿ ਚੈਲੰਜ ਦੇ ਨਾਲ ਨਹੀਂ ਲਿਆ। ਸੋ ਜਿਹੜੀ ਸਿੱਖ ਕੌਮ ਦੇ ਉਸ ਸਮੇਂ ਸੰਗਤ ਦੇ ਵਿੱਚ, ਜੋ ਕਿ ਆਪਣੇ ਸਥਾਨਕ ਸੰਗਤ ਦੇ ਕੁਝ ਸੈਂਕੜੇ ਲੋਕ ਸਾਹਮਣੇ ਬੈਠੇ ਸੀਗੇ, ਤੇ ਜਦੋਂ ਇਹ ਸਪੀਚ ਮੈਂ ਸ਼ੁਰੂ ਕੀਤੀ ਗਈ
ਜੋ ਕਿ ਕੁਝ 15 ਤੋਂ 20 ਮਿੰਟ ਦੀ ਟੋਟਲ ਉੱਥੇ ਸਪੀਚ ਹੋਈ ਸੀ। ਬਾਕੀ ਵਾਇਰਲ ਜਿਹੜੀ ਕਿ 2 ਮਿੰਟ ਦੀ ਹੋਈ ਆ। ਜਦੋਂ ਇਹ ਸਪੀਚ ਮੈਂ ਸ਼ੁਰੂ ਕਰਨ ਦਾ ਮੇਰੇ ਮਨ ਵਿੱਚ ਖਿਆਲ ਆਇਆ, ਮੈਂ ਉੱਥੇ ਸੰਗਤ ਤੋਂ ਇਜਾਜ਼ਤ ਲੈ ਕੇ ਤੇ ਸ਼ੁਰੂ ਕੀਤੀ। ਅੱਛਾ, ਪਹਿਲਾਂ ਆਪਣੀ ਹਾਂਜੀ, ਕਿਉਂਕਿ ਸਾਡਾ ਤੇ ਪ੍ਰਕਰਨ ਚੱਲਦਾ ਪਿਆ ਸੀਗਾ 9 ਤੋਂ ਲੈ ਕੇ 11 ਵਜੇ ਤੱਕ ਸਾਡਾ ਸਮਾਂ ਸੀਗਾ, ਤੇ 10 ਦੇ ਕਰੀਬ ਉਦੋਂ ਟਾਈਮ ਹੋ ਚੁੱਕਾ ਸੀਗਾ। 1 ਘੰਟਾ ਸਵਾ ਘੰਟਾ ਉਦੋਂ ਬੀਤ ਚੁੱਕਾ ਸੀਗਾ। ਤੇ ਜਦੋਂ ਉਹਨਾਂ ਨੂੰ ਵਿਦੇਸ਼ੀਆਂ ਨੂੰ ਸਾਹਮਣੇ ਬੈਠੇ ਜਦੋਂ 5-7 ਮਿੰਟ ਦੇ ਕਰੀਬ ਸਮਾਂ ਹੋ ਚੁੱਕਾ ਸੀ, ਤੇ ਉਦੋਂ ਫਿਰ ਮੇਰੇ ਮਨ ਦੇ ਵਿੱਚ ਗੱਲ ਆਈ ਕਿ ਕਿਉਂਕਿ ਜਦੋਂ ਸੰਗਤ ਦੇ ਵਿੱਚ ਆਪਣੇ ਚੱਲਦੇ ਜਦੋਂ ਲੰਘ ਜਾਣ ਉਦੋਂ ਨਹੀਂ, ਕਿਉਂਕਿ ਉਹ ਸੰਗਤ ਦੇ ਵਿੱਚ ਆ ਕੇ ਆਪਣੇ ਸੰਗਤ ਦੇ ਵਿੱਚ ਆ ਕੇ ਤੇ ਬੈਠ ਚੁੱਕੇ ਸਨ। ਸੋ ਸੰਗਤ ਤੋਂ ਇਜਾਜ਼ਤ ਲੈ ਕੇ ਕਿ ਜੇ ਸੰਗਤ ਦੀ ਇਜਾਜ਼ਤ ਹੋਵੇ ਤੇ ਵਿਦੇਸ਼ੀ ਸਾਡੇ ਵਿੱਚ ਬੈਠੇ ਨੇ, ਜੇ ਸੰਗਤ ਦੀ ਇਜਾਜ਼ਤ ਹੋਵੇ ਤੇ ਉਹਨਾਂ ਨੂੰ ਉਹਨਾਂ ਦੀ ਭਾਸ਼ਾ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਸੋ ਜਿਹੜੀ ਕਿ ਸੰਗਤ ਦੀ ਇਜਾਜ਼ਤ ਲੈ ਕੇ ਜਿਹੜਾ ਉਹ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ। ਬਾਕੀ ਹਰੇਕ ਪ੍ਰਚਾਰਕ ਨੂੰ ਜੋ ਆਪਣੀ ਜਿਹੜੀ ਉਹਦੀ ਧਾਰਮਿਕ ਭਾਸ਼ਾ ਹੈ, ਜੋ ਆਪਣੀ ਉਹਦੀ ਮਾਤ ਭਾਸ਼ਾ ਹੈ, ਉਹਦੇ ਖਿੱਤੇ ਦੀ ਭਾਸ਼ਾ ਹੈ, ਤੇ ਜਿਸ ਭਾਸ਼ਾ ਨੂੰ ਲਿਖਣ ਵਾਸਤੇ ਗੁਰਮੁਖੀ ਲਿਪੀ ਸੱਚੇ ਪਾਤਸ਼ਾਹ ਜੀ ਨੇ ਆਜ਼ਾਦ ਕੀਤੀ, ਤੇ ਉਸ ਤੋਂ ਇਲਾਵਾ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਵਿੱਚ ਅਨੇਕਾਂ ਭਾਸ਼ਾਵਾਂ ਨੇ, ਜਿਵੇਂ ਫਾਰਸੀ ਦੇ ਸ਼ਬਦ ਆਉਂਦੇ ਨੇ, ਯਾਕਰਜ਼ ਗੁਫਤਮ ਪੇਸ਼ ਕੋਦਰ ਗੋਸਪੁਨ ਕਰਤਾਰ, ਸੰਸਕ੍ਰਿਤ ਦੇ ਆਉਂਦੇ ਨੇ, ਪੜ ਪੁਸਤਕ ਸੰਧਿਆ ਬਾਦੰਗ ਸਿਲ ਪੂਜਸ ਬਬਗਲ ਸਮਾਦਨ ਇਤਿਆਦ। ਇਸ ਤੋਂ ਇਲਾਵਾ ਭਗਤ ਨਾਮਦੇਵ ਜੀ ਦੀ ਬਾਣੀ ਜੋ ਕਿ ਮਹਾਰਾਸ਼ਟਰ ਦੇ ਇਲਾਕੇ ਦੇ ਸਨ, ਭਗਤ ਧੰਨਾ ਜੀ ਦੀ ਬਾਣੀ ਹੈ ਜੋ ਕਿ ਰਾਜਸਥਾਨ ਦੇ ਇਲਾਕੇ ਦੇ ਸਨ। ਇਸ ਤੋਂ ਇਲਾਵਾ ਭਗਤ ਰਵਿਦਾਸ ਜੀ ਦੀ, ਭਗਤ ਕਬੀਰ ਜੀ ਦੀ, ਜਿਨ੍ਹਾਂ ਦਾ ਸੰਬੰਧ ਭਾਰਤੀ ਉਪ ਮਹਾਦੀਪ ਦੇ ਪੂਰਬੀ ਹਿੱਸੇ ਦੇ ਨਾਲ ਸੀਗਾ। ਸੋ ਉਹਨਾਂ ਦੀਆਂ ਬਾਣੀਆਂ ਨੂੰ ਉਸ ਭਾਸ਼ਾ ਉਹੋ ਹੀ ਵਰਤੀ ਜੋ ਭਾਸ਼ਾ ਉਹਨਾਂ ਦੀ ਉਹ ਸੇਮ ਰਹਿਣ ਦਿੱਤੀ, ਪਰ ਉਸ ਬਾਣੀ ਨੂੰ ਜੋ ਲਿਖਿਆ ਹੈ ਉਹ ਗੁਰਮੁਖੀ ਲਿਪੀ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਅੰਕਿਤ ਕੀਤਾ। ਸੋ ਇਸ ਕਰਕੇ ਜਿਹੜੀ ਆ ਹਰੇਕ ਸਿੱਖ ਪ੍ਰਚਾਰਕ ਵਾਸਤੇ ਜੋ ਉਹਦੀ ਆਪਣੀ ਭਾਸ਼ਾ ਹੈ, ਜੋ ਉਹਦੀ ਆਪਣੀ ਲਿਪੀ ਹੈ, ਉਹ ਉਹਦੇ ਵਾਸਤੇ ਪਹਿਲ ਹੈ ਤੇ ਉਹਦੇ ਪ੍ਰਤੀ ਸ਼ਰਧਾ ਅਥਾਹ ਹੋਣੀ ਚਾਹੀਦੀ ਹੈ। ਪਰ ਜਿਹੜੀ ਲੈਂਗੁਏਜ ਹੈ, ਦੂਸਰੀ ਸੈਕੰਡ ਲੈਂਗੁਏਜ, ਉਹ ਸਿਰਫ ਸੈਕੰਡਰੀ ਹੋਣੀ ਚਾਹੀਦੀ, ਉਹ ਸਿਰਫ ਇੱਕ ਮਾਧਿਅਮ ਦੇ ਤੌਰ ਦੇ ਉੱਪਰ ਕਿ ਅਸੀਂ ਆਪਣੇ ਸਿਧਾਂਤਾਂ ਨੂੰ, ਅਸੀਂ ਆਪਣੇ ਫਲਸਫੇ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨੀ ਹੈ। ਜੀ ਗੁਰਸੇਵਕ ਜੀ, ਫਿਰ ਉਸ ਤੋਂ ਬਾਅਦ ਜਦੋਂ ਸਾਰਾ ਹੀ ਤੁਸੀਂ ਇੰਗਲਿਸ਼ ਦੇ ਵਿੱਚ ਟਰਾਂਸਲੇਟ ਕਰਕੇ ਉਹਨੂੰ ਦੱਸਿਆ, ਉਸ ਤੋਂ ਬਾਅਦ ਕੋਈ ਗੌਰ ਆਇਆ ਤੁਹਾਡੇ ਕੋਲ? ਨਹੀਂ, ਉਹਨਾਂ ਨੇ ਜਦੋਂ ਸਪੀਚ ਚੱਲਦੀ ਪਈ ਸੀਗੀ, ਉਹਨਾਂ ਦੇ ਵਿੱਚੋਂ ਇੱਕ ਸ਼ਖਸ ਜੋ ਕਿ ਸਾਹਮਣੇ, ਉਹ ਬਕਾਇਦਾ ਉਸਨੇ ਧੰਨਵਾਦ ਕੀਤਾ। ਅੱਛਾ, ਹਾਂਜੀ, ਬਕਾਇਦਾ ਉਹ ਧੰਨਵਾਦ ਕਰਕੇ ਗਿਆ। ਪਰ ਜੋ ਉਸ ਸਮੇਂ, ਕਿਉਂਕਿ ਸਾਡੀ ਸਪੀਚ ਦਾ ਅਜੇ ਕੁਝ 40-45 ਮਿੰਟ ਬਾਕੀ ਸਨ ਸਾਡੇ ਉਸ ਸਮੇਂ ਦੇ, ਸੋ ਉਸ ਤੋਂ ਬਾਅਦ ਜੇਕਰ ਉਹਨਾਂ ਨੇ ਸਾਡੇ ਸਮੇਂ ਦੀ ਸਮਾਪਤੀ ਤੋਂ ਬਾਅਦ ਜਿਹੜਾ ਉਹ ਸਾਨੂੰ ਨਹੀਂ ਮਿਲੇ, ਪਰ ਇਹ ਹੈ ਕਿ ਚੱਲਦੀ ਸਪੀਚ ਦੇ ਸਮੇਂ ਜਾਣ ਲੱਗਿਆ ਉਹ ਕਿ ਧੰਨਵਾਦ ਕਰਕੇ ਗਏ। ਜੇ ਆਪਾਂ ਢਾਡੀ ਪ੍ਰਥਾ ਦੀ ਗੱਲ ਕਰੀਏ ਤਾਂ ਬੇਸਿਕਲੀ ਤਾਂ ਇਹ ਜਿਹੜਾ ਉਤਸ਼ਾਹ ਪੈਦਾ ਕਰਨ ਦੇ ਲਈ ਜਦੋਂ ਗੁਰੂ ਸਾਹਿਬ ਹੋਣੀ ਯੁੱਧ ਲੜਦੇ ਨੇ, ਲੜਾਈਆਂ ਲੜਦੇ ਨੇ, ਤਾਂ ਉਦੋਂ ਇੱਕ ਜਿਹੜਾ ਸੀ ਆਪਾਂ ਕਹਿੰਦੇ ਹਾਂ ਕਿ ਬੂਸਟ ਕਰਨ ਦਾ ਇੱਕ ਜਿਹੜੇ ਸੈਨਾ ਹੁੰਦੀ ਸੀ, ਤਾਂ ਉਸ ਨੂੰ ਪੂਰਾ ਜੋਸ਼ ਦੇ ਨਾਲ ਭਰਨ ਦਾ, ਆਪਣੇ ਆਸਾ ਦੀ ਵਾਰ ਦੀ ਗੱਲ ਕਰੀਏ ਤਾਂ ਆਪਣੇ ਕੋਲ ਤਾਂ ਸਿੱਖ ਹਿਸਟਰੀ ਦੇ ਵਿੱਚ ਅਜਿਹਾ ਬਹੁਤ ਪਹਿਲੀ ਜਿਹੜਾ ਫਿਨੋਮੀਨਾ ਸਾਡੇ ਕੋਲ ਭਰਿਆ ਪਿਆ ਹੈਗਾ। ਤੇ ਜੇ ਮੈਂ ਤੁਹਾਡੇ ਤੋਂ ਹੀ ਪੁੱਛਾਂ, ਤੁਸੀਂ ਨੌਜਵਾਨ ਹੋ, ਐਜ਼ ਅ ਯੂਥ ਤੁਸੀਂ ਇਸ ਚੀਜ਼ ਨੂੰ ਕਿਵੇਂ ਲੈਂਦੇ ਹੋ ਕਿ ਅੱਜ ਕੱਲ੍ਹ ਢਾਡੀ ਜਥਾ, ਕਿਉਂਕਿ ਬੇਸਿਕਲੀ ਇਹ ਚੀਜ਼ ਮੰਨੀ ਜਾਂਦੀ ਸੀ ਪਹਿਲਾਂ ਜਿਹੜਾ ਸਾਡੇ ਵੱਡ ਵਡੇਰੇ ਬਹੁਤ ਸੁਣਦੇ ਸੀ, ਪਰ ਹੁਣ ਜਿਵੇਂ ਜਿਵੇਂ ਜ਼ਮਾਨਾ ਚੇਂਜ ਹੋਈ ਜਾਂਦਾ ਤਾਂ ਜਿਹੜੇ ਢਾਡੀ ਜਥਾ ਨੇ ਉਹ ਥੋੜ੍ਹੇ ਲਿਮਟਡ ਹੋ ਗਏ ਨੇ, ਮੰਨ ਲਓ ਉਹਨਾਂ ਦੀ ਆਡੀਅנס ਵੀ ਲਿਮਟਡ ਹੋ ਗਈ ਹੈਗੀ। ਤੁਸੀਂ ਇਹ ਚੀਜ਼ਾਂ ਨੂੰ ਕਿਵੇਂ ਵੇਖਦੇ ਹੋ? ਕਿਉਂਕਿ ਇੱਕ ਪਾਸੇ ਦੂਸਰੀਆਂ ਗੱਲਾਂ ਚੱਲਦੀਆਂ ਨੇ, ਸ਼ੋਰ ਸ਼ਰਾਬੇ ਦੀਆਂ ਗੱਲਾਂ ਚੱਲਦੀਆਂ ਨੇ, ਗਾਣਿਆਂ ਦੀਆਂ ਗੱਲਾਂ ਚੱਲਦੀਆਂ ਨੇ, ਤੇ ਦੂਜੇ ਪਾਸੇ ਠੀਕ ਹੈ, ਉਹ ਵੀ ਕੋਈ ਮਾੜੀ ਗੱਲ ਨਹੀਂ, ਉਹ ਵੀ ਹੋਣੀ ਚਾਹੀਦੀ ਹੈ, ਪਰ ਇਹ ਇਸ ਚੀਜ਼ ਨੂੰ ਵੀ ਜਿਹੜਾ ਪੈਰਲਲੀ ਰੱਖਣਾ ਚਾਹੀਦਾ, ਤੁਹਾਨੂੰ ਲੱਗਦਾ? ਜੀ ਬਿਲਕੁਲ। ਜਿੱਥੋਂ ਤੱਕ ਜੋ ਕਿ ਤੁਹਾਡਾ ਸਵਾਲ ਹੈ, ਜਿਸ ਦਾ ਆਪਣੇ ਤੱਤ ਭਾਵ ਇਹੋ ਹੀ ਹੈ ਕਿ ਮੌਜੂਦਾ ਸਮੇਂ ਦੇ ਵਿੱਚ ਜੋ ਕਿ ਢਾਡੀ ਕਲਾ ਨੂੰ ਸੁਣਨ ਵਾਲੇ ਵੀ ਘਟਦੇ ਜਾ ਰਹੇ ਨੇ ਤੇ ਇਸ ਨੂੰ ਸਾਂਭਣ ਵਾਲੇ ਵੀ ਘਟਦੇ ਜਾ ਰਹੇ ਨੇ। ਜੀ, ਤੇ ਜੋ ਤੁਸੀਂ ਜ਼ਿਕਰ ਕੀਤਾ ਇਸ ਸਮੇਂ ਦੀ ਸਮਾਜੀ ਚਕਾਚੌਂਧ ਦਾ, ਕਿ ਇਸ ਚਕਾਚੌਂਧ ਦੇ ਆਧਾਰ ਤੇ ਹੀ ਅੱਜ ਦੇ ਯੂਥ ਦਾ ਜੋ ਰੁਝਾਨ ਹੈ, ਜਿਸ ਤਰ੍ਹਾਂ ਦਾ ਬਣ ਰਿਹਾ, ਉਹ ਬਿਲਕੁਲ ਪ੍ਰਤੱਖ ਹੈ। ਜਿਸ ਤਰ੍ਹਾਂ ਦਾ ਅੱਜ ਦੇ ਯੂਥ ਦਾ ਰੁਝਾਨ ਹੈਗਾ, ਸਿੱਖ ਨੌਜਵਾਨੀ ਦਾ, ਪੰਜਾਬ ਦੀ ਨੌਜਵਾਨੀ ਦਾ ਜਿਸ ਤਰ੍ਹਾਂ ਦਾ ਰੁਝਾਨ ਹੈ, ਉਹ ਪ੍ਰਤੱਖ, ਉਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਸੋ ਜਿੱਥੋਂ ਤੱਕ ਢਾਡੀ ਕਲਾ ਦਾ ਸਵਾਲ ਹੈ, ਇਹ ਸਿੱਖ ਧਰਮ ਦੀ ਇੱਕ ਸੰਗੀਤਕ ਰਵਾਇਤ ਹੈ। ਜੀ, ਸਿੱਖ ਧਰਮ ਦੀ ਇੱਕ ਸੰਗੀਤਕ ਰਵਾਇਤ ਹੈ ਜਿਸ ਦਾ ਆਗਾਜ਼ ਸਿੱਖ ਸੰਗਤ ਦੇ ਵਿੱਚ, ਸਿੱਖ ਲੋਕਾਂ ਦੇ ਵਿੱਚ ਵੀਰ ਰਸ ਨੂੰ ਸਾਕਾਰ ਕਰਨ ਵਾਸਤੇ ਹੋਇਆ।
ਬੀਰ ਰਸ, ਕਿਉਂਕਿ ਕਵਿਤਾ ਦੇ 9 ਰਸਾਂ ਦੇ ਵਿੱਚੋਂ ਇੱਕ ਰਸ ਹੈ ਬੀਰ ਰਸ, ਬਿਲਕੁਲ ਬਿਲਕੁਲ। ਤੇ ਢਾਡੀ ਕਲਾ ਦਾ ਜੋ ਪ੍ਰਧਾਨ ਰਸ ਉਹ ਬੀਰ ਰਸ ਹੈ। ਹੂੰ ਜਿਵੇਂ ਅਸੀਂ ਕ੍ਰੋਧ ਦੀ ਗੱਲ ਕਰਦੇ ਹਾਂ, ਗੁੱਸੇ ਦੀ ਗੱਲ ਕਰਦੇ ਹਾਂ, ਗੁੱਸੇ ਦਾ ਪੋਜ਼ਿਟਿਵ ਰੂਪ ਬੀਰ ਰਸ ਹੈ। ਹੂੰ ਗੁਰੂ ਪਾਤਸ਼ਾਹ, ਗੁਰੂ ਸਾਹਿਬਾਨ ਜਾਂ ਅਧਿਆਤਮਿਕ ਸ਼ਖਸੀਅਤਾਂ ਦੇ ਵਿੱਚ ਗੁੱਸਾ ਨਹੀਂ ਹੁੰਦਾ, ਉਹਨਾਂ ਦੇ ਵਿੱਚ ਬੀਰ ਰਸ ਹੁੰਦਾ। ਸੋ ਸੰਗਤ ਦੇ ਵਿੱਚ ਬੀਰ ਰਸ ਨੂੰ ਸਾਕਾਰ ਕਰਨ ਦੇ ਲਈ, ਕਿਉਂਕਿ ਛੇਵੇਂ ਪਾਤਸ਼ਾਹ ਦੇ ਸਮੇਂ ਜੰਗਾਂ ਯੁੱਧਾਂ ਦਾ ਦੌਰ ਸ਼ੁਰੂ ਹੋਇਆ ਤੇ ਉਸ ਸਮੇਂ ਤੱਕ, ਹਾਂਜੀ, ਤੇ ਉਸ ਸਮੇਂ ਤੱਕ ਸਿੱਖ ਕੌਮ ਇਸ ਬੁਲੰਦੀ ਤੱਕ ਪਹੁੰਚ ਗਈ ਸੀ ਕਿ ਉਹ ਹਥਿਆਰ ਦੀ ਵਰਤੋਂ ਦਾ ਮਨੋਰਥ ਕੀ ਹੈ, ਉਹਨਾਂ ਨੂੰ ਇਹ ਸਮਝ ਆ ਗਿਆ ਸੀ ਕਿ ਸ਼ਸਤਰ ਦੀ ਵਰਤੋਂ ਦਾ ਮਨੋਰਥ ਕੀ ਹੈ। ਜਿਸ ਦੇ ਫਲਸਰੂਪ ਸੱਚੇ ਪਾਤਸ਼ਾਹ ਜੀ ਨੇ 2 ਤਲਵਾਰਾਂ ਮੀਰੀ ਅਤੇ ਪੀਰੀ ਦੀਆਂ ਧਾਰਨ ਕੀਤੀਆਂ। ਜਿਹੜੀ ਮੀਰੀ ਦੀ ਜੋ ਤੇਗ ਹੈ, ਜਿਸ ਦਾ ਸੰਬੰਧ ਸਪਿਰਿਚੁਅਲਿਟੀ ਦੇ ਨਾਲ ਹੈ, ਜਿਸ ਦਾ ਸੰਬੰਧ ਡਿਵੋਸ਼ਨ ਦੇ ਨਾਲ ਹੈ, ਸ਼ਰਧਾ ਦੇ ਨਾਲ ਹੈ, ਅਧਿਆਤਮਿਕਤਾ ਦੇ ਨਾਲ ਹੈ। ਉਸ ਤੋਂ ਇਲਾਵਾ ਜੋ ਆਪਣੇ ਪੀਰੀ ਦੀ ਹੈ, ਮੀਰੀ ਅਤੇ ਪੀਰੀ 2 ਤਲਵਾਰਾਂ। ਜੋ ਪੀਰੀ ਦਾ ਸੰਬੰਧ ਹੈ ਉਹ ਸਪਿਰਿਚੁਅਲਿਟੀ ਦੇ ਨਾਲ ਹੈ, ਸ਼ਰਧਾ ਦੇ ਨਾਲ ਹੈ, ਅਧਿਆਤਮਿਕਤਾ ਦੇ ਨਾਲ ਹੈ। ਉਸ ਤੋਂ ਇਲਾਵਾ ਜੋ ਮੀਰੀ ਦਾ ਸੰਬੰਧ ਹੈ ਉਹ ਰਾਜਨੀਤੀ ਦੇ ਨਾਲ ਹੈ। ਤੇ ਰਾਜਨੀਤੀ ਜਿਹੜੀ ਹੈ ਉਹ ਧਰਮ ਤੋਂ ਸੇਧ ਲੈ ਕੇ, ਤੁਸੀਂ 2 ਨਿਸ਼ਾਨ ਸਾਹਿਬ ਦੇਖੋ ਜਿਨ੍ਹਾਂ ਦੇ ਵਿੱਚੋਂ ਇੱਕ ਨਿਸ਼ਾਨ ਸਾਹਿਬ ਦੂਸਰੇ ਨਿਸ਼ਾਨ ਸਾਹਿਬ ਨਾਲੋਂ ਥੋੜਾ ਨੀਵਾਂ ਹੈ। ਜੋ ਉੱਚਾ ਨਿਸ਼ਾਨ ਸਾਹਿਬ ਆ ਉਹ ਧਰਮ ਨੂੰ, ਉਹ ਸਪਿਰਿਚੁਅਲਿਟੀ ਨੂੰ ਰਿਪਰੈਜ਼ੈਂਟ ਕਰਦਾ ਹੈ, ਤੇ ਜੋ ਨੀਵਾਂ ਨਿਸ਼ਾਨ ਸਾਹਿਬ ਹੈ ਉਹ ਰਾਜਨੀਤੀ ਨੂੰ ਰਿਪਰੈਜ਼ੈਂਟ ਕਰਦਾ ਹੈ। ਕਹਿਣ ਤੋਂ ਭਾਵ ਜੋ ਸਿੱਖਾਂ ਦੀ ਰਾਜਨੀਤੀ ਹੈ ਉਹ ਧਰਮ ਤੋਂ ਪ੍ਰੇਰਿਤ ਹੋਵੇ। ਸੋ ਇਸ ਤਰ੍ਹਾਂ ਇਸ ਸਮੇਂ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਾਜਨਾ ਹੋਈ, ਉਸ ਸਮੇਂ ਹੀ ਢਾਡੀ ਸਿੰਘ ਸਿੱਖ ਸਟੇਜ ਤੇ ਆਏ। ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਆਮਦ ਦੇ ਨਾਲ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਆਮਦ ਦੇ ਨਾਲ, ਜੋ ਕਿ ਇੱਕ ਸਿੱਖ ਕੌਮ ਦੀ, ਹੁਣ ਜਿਵੇਂ ਤੁਸੀਂ ਇਹ ਵੀ ਜ਼ਿਕਰ ਕੀਤਾ ਕਿ ਪੁਰਾਣੇ ਲੋਕ ਸਾਡੇ ਸੁਣਦੇ ਸੀਗੇ, ਪੁਰਾਣੇ ਲੋਕ, ਉਹਨਾਂ ਦੇ ਸੁਣਨ ਦਾ ਕਾਰਨ ਇਹ ਹੈ ਕਿਉਂਕਿ ਉਸ ਸਮੇਂ ਤੱਕ ਧਰਮ ਦੇ ਨਾਲ ਜੁੜੀਆਂ ਰੂਹਾਂ ਸੀਗੀਆਂ ਸੰਸਾਰ ਤੇ ਉਸ ਸਮੇਂ ਪਦਾਰਥਵਾਦ ਦਾ ਤੇ ਜੋ ਵਕਾਰ ਨੇ ਮਨੁੱਖ ਦੇ ਅੰਦਰਲੇ ਜੋ ਵਕਾਰ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਨੂੰ ਉਤੇਜਿਤ ਕਰਨ ਦੇ ਜਿਹੜੇ ਵਸੀਲੇ ਇੰਨੇ ਜ਼ਿਆਦਾ ਪ੍ਰਚੰਡ ਨਹੀਂ ਸਨ ਕਿ ਇਹਨਾਂ ਨੂੰ, ਜੋ ਮਨੁੱਖ ਦੇ ਅੰਦਰਲੇ ਜੋ ਵਕਾਰ ਨੇ, ਇਹਨਾਂ ਨੂੰ ਉਤੇਜਿਤ ਕਰਨ ਵਾਲੇ, ਇਹਨਾਂ ਨੂੰ ਹਵਾ ਦੇਣ ਵਾਲੇ। ਵੇਖਿਆ ਜਦੋਂ ਇੱਕ ਆਪਣੇ ਪਾਥੀ ਧੁਖਦੀ ਹੋਏ ਤੇ ਉਸ ਨੂੰ ਹਵਾ ਲੱਗੇ ਤੇ ਉਹ ਕਿਸ ਤਰ੍ਹਾਂ ਉਹਦੇ ਵਿੱਚੋਂ ਇੱਕ ਉਬਾਲ ਨਿਕਲਦਾ, ਕਿਸ ਤਰ੍ਹਾਂ ਅੱਗ ਉਹਦੇ ਵਿੱਚੋਂ ਆਪਣੇ ਜਿਹੜੀ ਆ ਸਾਹਮਣੇ ਆਉਂਦੀ। ਸੋ ਇਸੇ ਤਰ੍ਹਾਂ ਜਿਹੜੇ ਬੰਦੇ ਦੇ ਅੰਦਰ ਦੇ ਵਕਾਰ ਨੇ, ਉਹਨਾਂ ਨੂੰ ਹਵਾ ਦੇਣ ਵਾਲੇ ਅੱਜ ਵਸੀਲੇ ਬਹੁਤ ਹੋ ਚੁੱਕੇ ਨੇ। ਅੱਜ ਤੇ ਬੰਦੇ ਦੇ ਹੱਥ ਦੇ ਵਿੱਚ ਮੋਬਾਈਲ ਆ, ਵਕਾਰਾਂ ਨੂੰ ਉਤੇਜਿਤ ਕਰਨ ਵਾਲੀਆਂ ਬਹੁਤ ਚੀਜ਼ਾਂ ਨੇ ਇਹਦੇ ਵਿੱਚ। ਸੋ ਇਹ ਵੀ ਇੱਕ ਕਾਰਨ ਹੈ। ਸੋ ਜੋ ਢਾਡੀ ਕਲਾ ਦੀ ਜਿੱਥੋਂ ਤੱਕ ਸੁਣਨ ਦਾ ਸੰਬੰਧ ਹੈ, ਇਸ ਨੂੰ ਉਹੀ ਸੁਣਦਾ ਜਿਹੜਾ ਬੰਦਾ ਥੋੜਾ ਬਹੁਤਾ ਧਰਮ ਦੇ ਨਾਲ ਜੁੜਿਆ, ਸਿੱਖ ਇਤਿਹਾਸ ਦੇ ਨਾਲ ਜੁੜਿਆ ਤੇ ਆਪਣੀ ਰਵਾਇਤ ਦੇ ਨਾਲ ਜੁੜਿਆ। ਉਹੀ ਗੁਰਬਾਣੀ ਵੀ ਉਹੀ ਸੁਣੇਗਾ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਜੋ ਕਿ ਰਵਾਬੀਆਂ ਦੀ ਰਵਾਇਤ ਸਾਡੇ ਸਾਹਮਣੇ ਆਉਂਦੀ ਹੈ, ਜੋ ਕਿ ਜਿਹੜੀਆਂ ਇਹ ਕੋਮਲ ਕਲਾਵਾਂ ਹੁੰਦੀਆਂ ਨਾ, ਜਿਵੇਂ ਸੰਗੀਤ ਦੀ ਕਲਾ ਹੈ, ਇਸ ਤੋਂ ਇਲਾਵਾ ਹੋਰ ਜਿਹੜੀ ਬਹੁਤ ਸਾਰੀਆਂ ਜਿਨ੍ਹਾਂ ਦਾ ਸੰਬੰਧ ਕੋਮਲ ਕਲਾਵਾਂ ਦੇ ਨਾਲ ਜੁੜਦਾ, ਉਹਨਾਂ ਦੇ ਵਿੱਚੋਂ ਸੰਗੀਤ ਇੱਕ ਉੱਤਮ ਕਲਾ ਜਿਹਦਾ ਸੰਬੰਧ ਇੱਕ ਆਰਟ ਦੇ ਨਾਲ ਹੈ। ਸੋ ਜਦੋਂ ਅਸੀਂ ਸਿੱਖ ਕੌਮ ਨੂੰ ਇੱਕ ਸੱਭਿਅਤਾ ਤੇ ਕਿਉਂਕਿ ਸੱਭਿਅਤਾ ਦੀ ਆਪਣੀ ਇੱਕ ਵਿਰਾਸਤ ਹੁੰਦੀ ਹੈ, ਤੇ ਜਦੋਂ ਛੇਵੇਂ ਪਾਤਸ਼ਾਹ ਜੀ ਦਾ ਸਮਾਂ ਆਇਆ, ਉਸ ਸਮੇਂ ਤੱਕ ਇਹ ਸਿੱਖ ਸੱਭਿਅਤਾ ਆਪਣੇ ਅੱਧ ਤੱਕ ਪਹੁੰਚ ਚੁੱਕੀ ਸੀ। ਗੁਰੂ ਨਾਨਕ ਪਾਤਸ਼ਾਹ ਜੀ ਨੇ ਸਿੱਖ ਸੱਭਿਅਤਾ ਦਾ ਆਗਾਜ਼ ਕੀਤਾ ਤੇ ਇਸ ਸੱਭਿਅਤਾ ਨੂੰ ਸਮੇਂ-ਸਮੇਂ ਤੇ ਰਵਾਇਤਾਂ, ਸਮੇਂ-ਸਮੇਂ ਤੇ ਸੰਸਥਾਵਾਂ ਸੱਚੇ ਪਾਤਸ਼ਾਹਾਂ ਨੇ ਆਪਣੇ ਜਾਮੇ ਦੇ ਵਿੱਚ, ਆਪਣੇ ਸਰੀਰ ਦੇ ਵਿੱਚ ਬਖਸ਼ਿਸ਼ ਕੀਤੀਆਂ। ਇਸੇ ਤਰ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਛੇਵੇਂ ਪਾਤਸ਼ਾਹ ਦੇ ਸਾਹਮਣੇ ਆਇਆ, ਢਾਡੀ ਕਲਾ ਵੀ ਉਦੋਂ ਹੀ ਸਾਹਮਣੇ ਆਈ। ਸੋ ਜਦੋਂ ਅਸੀਂ ਸਿੱਖ ਕੌਮ ਨੂੰ ਇੱਕ ਸੱਭਿਅਤਾ ਦੇ ਤੌਰ ਤੇ ਦੇਖਦੇ ਹਾਂ, ਤੇ ਹਰੇਕ ਸੱਭਿਅਤਾ ਦੇ ਕੋਲ ਮਨੋਰੰਜਨ ਵਾਸਤੇ ਆਪੋ ਆਪਣੇ ਸਾਧਨ ਹੁੰਦੇ ਨੇ। ਕਿਸੇ ਕੋਲ ਆਪਣਾ ਉਹਦਾ ਆਪਣਾ ਲੋਕ ਨਾਚ ਹੈ, ਆਪਣੇ ਲੋਕ ਗੀਤ ਨੇ। ਗੁਰਸੇਵਕ ਜੀ, ਮੈਂ ਹੀ ਪੁੱਛ ਰਿਹਾ ਸੀ ਕਿ ਜਿੱਦਾਂ ਤੁਸੀਂ ਇੰਗਲਿਸ਼ ਦੇ ਵਿੱਚ ਉੱਥੇ ਬੋਲੇ, ਤਾਂ ਉਹ ਤੁਸੀਂ ਤਾਂ ਬੋਲੇ ਕਿਉਂਕਿ ਤੁਹਾਨੂੰ ਇੰਗਲਿਸ਼ ਦਾ ਗਿਆਨ ਸੀ, ਤੁਹਾਨੂੰ ਲੈਂਗੁਏਜ ਆਉਂਦੀ ਸੀ। ਤੁਹਾਨੂੰ ਲੱਗਦਾ ਹੈ ਤੁਸੀਂ ਮਾਡਰਨੇਟ ਜ਼ਮਾਨਾ ਜਿਹੜਾ ਉਹਦੇ ਵਿੱਚ ਤੁਸੀਂ ਰਹਿ ਰਹੇ ਹੋ, ਜਨਰੇਸ਼ਨ ਦਾ ਫਰਕ ਹੁੰਦਾ ਹੀ ਹੁੰਦਾ ਹੈਗਾ। ਤਾਂ ਮੈਂ ਗੱਲ ਕਰ ਰਿਹਾ ਕਿ ਜਿਹੜਾ ਇੱਕ ਪ੍ਰਚਾਰਕ ਹੈ ਕਿਸੇ ਵੀ, ਚਾਹੇ ਉਹ ਧਰਮ ਦਾ ਜਾਂ ਫਿਰ ਚਾਹੇ ਉਹ ਕੋਈ ਪਾਰਟੀ ਦਾ ਪ੍ਰਚਾਰਕ ਹੈ, ਇਹ ਤੁਹਾਨੂੰ ਚੀਜ਼ ਲੱਗਦੀ ਹੈ ਕਿ ਬਿਯੋਂਡ ਦੀ ਲੈਂਗੁਏਜ ਉਸ ਨੂੰ ਗਿਆਨ ਹੋਣਾ ਚਾਹੀਦਾ, ਉਸ ਨੂੰ ਇਹ ਬੈਰੀਅਰ ਦੇ ਵਿੱਚ ਨਹੀਂ ਫਸਣਾ ਚਾਹੀਦਾ। 2-3 ਭਾਸ਼ਾਵਾਂ ਜੇ ਆਉਂਦੀਆਂ ਹੋਣਗੀਆਂ ਤਾਂ ਉਹ ਬੈਨੀਫਿਸ਼ੀਅਲ ਰਹੂਗਾ। ਜੇ ਤੁਸੀਂ ਆਪਦੇ ਧਰਮ ਨੂੰ ਜਾਂ ਆਪਦੀ ਕਿਸੇ ਵੀ ਕਲਾਸ ਨੂੰ ਤੁਸੀਂ ਗਲੋਬਲੀ ਰਿਪਰੈਜ਼ੈਂਟ ਕਰਨਾ,
ਤੁਹਾਨੂੰ ਵੀ ਖੁਸ਼ੀ ਹੋਈ ਹੋਏਗੀ ਜੀ। ਜਦੋਂ ਤੁਸੀਂ ਗੋਰਿਆਂ ਦੇ ਸਾਹਮਣੇ ਬੋਲੇ ਇੰਗਲਿਸ਼ ਦੇ ਵਿੱਚ, ਤਾਂ ਉਹ ਗੋਰਿਆਂ ਨੂੰ ਸਮਝ ਆਈ ਚੀਜ਼ ਦੀ। ਵਰਨਾ ਗੋਰੇ ਜੇ ਉੱਥੋਂ ਜੀ। ਬੈਠ ਕੇ ਚਲੇ ਜਾਂਦੇ ਤਾਂ ਠੀਕ ਹੈ, ਉਹ ਇੱਕ ਧਾਰਮਿਕ ਪੱਧਰ ਤੇ ਤਾਂ ਠੀਕ ਹੈ ਉੱਥੇ ਮੌਜੂਦ ਸੀਗੇ, ਲੇਕਿਨ ਉਹਨਾਂ ਨੂੰ ਉਹ ਚੀਜ਼ਾਂ ਦਾ ਨਹੀਂ ਪਤਾ ਲੱਗਣਾ ਸੀ ਜਿਹੜੀਆਂ ਚੀਜ਼ਾਂ ਤੁਸੀਂ ਇੰਗਲਿਸ਼ ਦੇ ਵਿੱਚ ਦੱਸੀਆਂ। ਜੀ ਬਿਲਕੁਲ, ਇੱਕ ਜਿਵੇਂ ਮੈਂ ਪਹਿਲਾਂ ਹੀ ਜ਼ਿਕਰ ਕੀਤਾ ਕਿ ਪ੍ਰਚਾਰਕ ਚਾਹੇ ਉਹ ਕਿਸੇ ਵੀ ਧਰਮ ਦੇ ਨਾਲ ਹੈ, ਉਹਨੂੰ ਹਰੇਕ ਭਾਸ਼ਾ, ਹੁਣ ਜਿਵੇਂ ਜਦੋਂ ਅਸੀਂ ਕਹਿ ਲੈਂਦੇ ਹਾਂ ਨਾ ਕਿ ਹਰੇਕ ਭਾਸ਼ਾ ਦਾ ਹਨਾ, ਜੇ ਅਸੀਂ ਜੇ ਮੈਂ ਐਜ਼ ਏ ਸਿੱਖ ਪ੍ਰਚਾਰਕ ਦੇ ਤੌਰ ਤੇ ਜੇ ਮੈਂ ਇਸ ਸਬੰਧ ਦੇ ਵਿੱਚ ਜੇ ਮੈਂ ਗੱਲ ਕਰਾਂ ਐਜ਼ ਏ ਸਿੱਖ ਪ੍ਰਚਾਰਕ ਦੇ ਤੌਰ ਤੇ, ਚਲੋ ਬਾਕੀਆਂ ਦਾ ਅਸੀਂ ਛੱਡ ਦਈਏ, ਤੇ ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਹਰੇਕ ਧਰਮ ਦੇ ਪ੍ਰਚਾਰਕ ਨੂੰ ਮਲਟੀਲਿੰਗੁਅਲ ਹੋਣਾ ਚਾਹੀਦਾ, ਜੇ ਐਜ਼ ਏ ਸਿੱਖ ਦੇ ਤੌਰ ਤੇ ਮੈਂ ਗੱਲ ਕਰਾਂ, ਸੋ ਸਿੱਖ ਨੂੰ ਪੰਜਾਬੀ ਦਾ ਤਾਂ ਗਿਆਨ ਤੇ ਚਲੋ ਲਾਜ਼ਮੀ ਹੈ, ਕਿਉਂਕਿ ਪੰਜਾਬ ਦੇ ਵਿੱਚ ਜੰਮਿਆ, ਉਹਦੀ ਮਾਤ ਭਾਸ਼ਾ ਹੈ ਉਹ, ਤੇ ਉਹਦੇ ਸੁਭਾਅ ਦਾ ਹਿੱਸਾ। ਤੇ ਉਸ ਤੋਂ ਇਲਾਵਾ ਜਿਹੜੀ ਹਿੰਦੀ ਹੈ, ਕਿਉਂਕਿ ਪੰਜਾਬ ਇਸ ਭਾਰਤ ਦਾ ਹਿੱਸਾ ਹੈ, ਤੇ ਭਾਰਤ ਦੇ ਵਿੱਚ ਜੋ ਕਿ ਰਾਜਸੀ ਭਾਸ਼ਾਵਾਂ ਨੇ, ਉਸ ਤੋਂ ਬਾਅਦ ਜਿਹੜੀ ਹਿੰਦੀ ਆ ਉਹ ਪੂਰੇ ਭਾਰਤ ਦੇ ਵਿੱਚ ਬੋਲੀ ਜਾਂਦੀ ਹੈ। ਉਸ ਤੋਂ ਇਲਾਵਾ ਜਿਹੜੀ ਇੰਗਲਿਸ਼ ਜ਼ਰੂਰੀ ਹੈ। ਤੀਸਰੀ, ਕਿਉਂਕਿ ਇੰਗਲਿਸ਼ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਦੌਰਾਨ ਤੇ ਉਸ ਤੋਂ ਬਾਅਦ ਵੀ ਜਿਹੜਾ ਸਿੱਖਾਂ ਦੇ ਨਾਲ ਸੰਬੰਧਿਤ ਜਦੋਂ ਇਤਿਹਾਸ ਅਸੀਂ ਦੇਖਦੇ ਹਾਂ, ਤੇ ਲੈਪਲ ਗ੍ਰਿਫਨ ਵਰਗੇ, ਇਸ ਤੋਂ ਇਲਾਵਾ ਕਨਿੰਗਮ ਵਰਗੇ ਜਿਹੜੇ ਕਈ ਇਤਿਹਾਸਕਾਰ ਜਿਨ੍ਹਾਂ ਨੇ ਇੰਗਲਿਸ਼ ਦੇ ਵਿੱਚ ਸਿੱਖ ਇਤਿਹਾਸ ਜਿਹੜਾ ਵਾ ਸਿੱਖ ਇਤਿਹਾਸ ਲਿਖਿਆ, ਉਸ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਪਹਿਲਾਂ ਜਿਹੜਾ ਇੱਥੇ ਮੁਗਲ ਰਾਜ ਸੀਗਾ, ਤੇ ਮੁਗਲ ਰਾਜ ਤੋਂ ਬਾਅਦ ਇੱਥੇ ਦੁਰਾਨੀਆਂ ਦੇ ਹਮਲੇ, ਅਫਗਾਨਾਂ ਦੇ ਹਮਲੇ ਵੀ ਆਏ। ਸੋ ਜੇ ਭਾਸ਼ਾ ਦੀ ਗੱਲ ਕਰੀਏ ਤੇ ਗੁਰੂ ਕਾਲ ਦੇ ਸਮੇਂ, ਤੇ ਉਸ ਸਮੇਂ ਗੁਰੂ ਪਾਤਸ਼ਾਹ ਜੀ ਦੇ ਸਮੇਂ ਮੁਗਲਾਂ ਦਾ ਰਾਜ ਸੀ, ਉਸ ਸਮੇਂ ਜਿਹੜੀ ਫਾਰਸੀ ਸੀਗੀ, ਫਾਰਸੀ ਉਹ ਇੱਥੋਂ ਦੀ ਰਾਜ ਭਾਸ਼ਾ ਸੀਗੀ। ਠੀਕ ਹੈ, ਬਿਲਕੁਲ, ਫਾਰਸੀ ਜਿਹੜੀ ਸੀਗੀ ਉਹ ਇੱਥੋਂ ਦੀ ਰਾਜ ਭਾਸ਼ਾ ਸੀ। ਸੋ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵੀ ਰਾਜ ਭਾਸ਼ਾ ਜਿਹੜੀ ਆ ਉਹ ਫਾਰਸੀ ਰਹੀ। ਠੀਕ ਹੈ ਜੀ। ਬਾਕੀ ਇਹ ਹੈ ਕਿ ਰਾਜ ਭਾਸ਼ਾ ਦੇ ਵਿੱਚ ਤੇ ਦਫ਼ਤਰੀ ਭਾਸ਼ਾ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ। ਹਾਂਜੀ, ਤੇ ਕਈ ਕਿਉਂਕਿ ਇਹ ਸਮਝ ਲੈਂਦੇ ਆ ਜੀ ਆਪਣੇ ਜੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਫਾਰਸੀ ਰਾਜ ਭਾਸ਼ਾ ਸੀ, ਤੇ ਜੀ ਉਹਦੇ ਰਾਜ ਦੇ ਸਮੇਂ ਪੰਜਾਬੀ ਕਿਉਂ ਨਹੀਂ ਸੀ। ਇਹ ਚਲੋ ਇੱਕ ਵੱਖਰਾ ਪੱਖ ਹੈ ਕਿ ਉਹ ਫਾਰਸੀ ਕਿਉਂ ਸੀ ਤੇ ਪੰਜਾਬੀ ਕਿਉਂ ਨਹੀਂ ਸੀ। ਸੋ ਉਸ ਸਮੇਂ ਵੀ ਜਿਹੜੀ ਰਾਜ ਭਾਸ਼ਾ ਜਿਹੜੀ ਸੀਗੀ ਉਸ ਸਮੇਂ ਉਹ ਫਾਰਸੀ ਸੀਗੀ, ਤੇ ਗੁਰੂ ਪਾਤਸ਼ਾਹ ਜੀ ਦੇ ਸਮੇਂ ਦਾ ਕਾਫੀ ਇਤਿਹਾਸ ਸਾਨੂੰ ਫਾਰਸੀ ਸਰੋਤਾਂ ਤੋਂ ਮਿਲਦਾ। ਜਿਵੇਂ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਸਮੇਂ ਮੋਹਸਨ ਫਾਨੀ ਨਾਮ ਦਾ ਇੱਕ ਲਿਖਾਰੀ ਹੋਇਆ, ਜਿਹਦੀ ਕਿਤਾਬ ਸੀਗੀ ਦਾਬਿਸਤਾਨ ਮਜ਼ਾਹਿਬ, ਜੋ ਕਿ ਫਾਰਸੀ ਸਰੋਤਾਂ ਦੇ ਨਾਲ ਸੰਬੰਧਿਤ ਰੱਖਦੀ ਹੈ। ਉਸ ਤੋਂ ਬਾਅਦ ਆਪਣੇ ਉਸ ਤੋਂ ਬਾਅਦ ਜਿੰਨੇ ਵੀ ਗੁਰੂ ਸਾਹਿਬਾਨ ਹੋਏ ਉਹਨਾਂ ਦੇ ਨਾਲ ਸੰਬੰਧਿਤ ਫਾਰਸੀ ਦੇ ਵਿੱਚ ਵੀ ਸਰੋਤ ਜਿਹੜੇ ਆ ਉਹ ਮੈਂ ਗੱਲ ਕਰ ਰਿਹਾ ਸੀ। ਬਿਲਕੁਲ, ਕਿ ਅੱਜ ਕੱਲ ਆਪਾਂ YouTube ਤੇ ਵੀ ਦੇਖਦੇ ਹਾਂ ਤਾਂ 2-3 ਜਿਹੜੇ ਨੇ ਸਿੱਖ ਪ੍ਰਚਾਰਕ ਬਾਹਰਲੇ ਦੇਸ਼ਾਂ ਤੋਂ ਨੇ, ਤੇ ਉਹ ਇੰਗਲਿਸ਼ ਦੇ ਵਿੱਚ ਬੋਲਦੇ ਨੇ, ਇੰਗਲਿਸ਼ ਦੇ ਵਿੱਚ ਜਿਹੜਾ ਪੂਰਾ ਦੱਸਦੇ ਨੇ। ਤੇ ਉਹ ਗੱਲ ਇਹ ਵੀ ਹੈ ਕਿ ਉਹਦੇ ਨਾਲ ਥੋੜੀ ਗਲੋਬਲੀ, ਕਿਉਂਕਿ ਮੈਂ ਉਹੀ ਗੱਲ ਕਰ ਰਿਹਾ ਸੀ ਕਿ ਸਾਡੇ ਪ੍ਰਚਾਰਕਾਂ ਨੂੰ ਤੁਹਾਨੂੰ ਲੱਗਦਾ ਕਿ ਇਹ ਚੀਜ਼ ਥੋੜਾ ਜਿਹਾ ਜਿਹੜਾ ਮੋਡਰੇਟ ਹੋਣ ਦੀ ਗੱਲ ਹੈ ਜਾਂ ਥੋੜਾ ਜਿਹਾ ਲੀਨੀਅੰਟ ਹੋਣ ਦੀ ਗੱਲ ਹੈ, ਇਹ ਚੀਜ਼ਾਂ ਨੂੰ ਲੈ ਕੇ, ਲੈਂਗੁਏਜ ਨੂੰ ਲੈ ਕੇ ਤੁਹਾਡਾ ਜਿਹੜਾ ਔਰਾ ਹੈ ਉਹ ਜ਼ਿਆਦਾ ਬਿਗਰ ਹੋਵੇ, ਉਹ ਜਿਹੜਾ ਔਰਾ ਤੁਹਾਡਾ, ਤਾਂ ਯੂ ਹੈਵ ਟੂ ਲਰਨ ਇੰਗਲਿਸ਼, ਯੂ ਹੈਵ ਟੂ ਲਰਨ ਅਦਰ ਲੈਂਗੁਏਜ, ਜਿਹਦੇ ਨਾਲ ਤੁਸੀਂ ਗਲੋਬਲੀ ਇੱਕ, ਕਿਉਂਕਿ ਸਾਡਾ ਜਿਹੜਾ ਸਿੱਖ ਇਤਿਹਾਸ ਆ ਉਹ ਕੋਈ ਸੀਮਤ ਨਹੀਂ ਹੈ ਕਿਸੇ ਵੀ ਜਗ੍ਹਾ। ਉਹ ਤਾਂ ਤੁਸੀਂ ਇਹ ਦੇਖੋ ਕਿ ਦਲੀਪ ਸਿੰਘ ਹੋਣਾ ਦੀ ਜਿਹੜੀ ਹੈ ਉੱਥੇ ਜਾ ਕੇ ਰਹਿੰਦੇ ਨੇ, ਦਲੀਪ ਸਿੰਘ ਹੋਣੀ ਇੰਗਲੈਂਡ ਦੇ ਵਿੱਚ, ਤਾਂ ਉੱਥੇ ਯੂਨਾਈਟਿਡ ਕਿੰਗਡਮ ਦੇ ਵਿੱਚ ਤਾਂ ਸਿੱਖ ਹਿਸਟਰੀ ਅਲੱਗ ਸਿਰੇ ਤੋਂ ਸ਼ੁਰੂ ਹੋ ਜਾਂਦੀ ਹੈਗੀ। ਜੀ ਹਾਂ, ਬਿਲਕੁਲ। ਜਦੋਂ ਗਲੋਬਲੀ ਪੱਧਰ ਕਿਉਂਕਿ ਇੰਗਲਿਸ਼ ਜਿਹੜੀ ਆ ਇੱਕ ਲਿੰਕ ਲੈਂਗੁਏਜ ਹੈ, ਤੇ ਇਸ ਸਮੇਂ ਹਰੇਕ ਕੋਨੇ ਦੇ ਵਿੱਚ ਬੋਲੀ ਜਾਂਦੀ ਹੈ। ਸੋ ਜਿੱਥੋਂ ਤੱਕ ਸਿੱਖ ਧਰਮ ਨੂੰ ਰਿਪਰੈਜ਼ੈਂਟ ਕਰਨ ਦਾ ਸਵਾਲ ਹੈ, ਸੋ ਬਿਲਕੁਲ ਮਲਟੀਲਿੰਗੁਅਲ ਹੋਣਾ ਚਾਹੀਦਾ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈ। ਫਿਰ ਜਿਹੜੀ ਹੈ ਇਸ ਗੱਲ ਨੂੰ ਜਿਹੜਾ ਕਿ ਇਸ ਸਵਾਲ ਦੇ ਵਿੱਚ ਇਸ ਗੱਲ ਦਾ ਫਿਰ ਦੁਹਰਾ ਆ ਰਿਹਾ ਜੀ। ਸੋ ਬਿਲਕੁਲ ਹੋਣਾ ਚਾਹੀਦਾ, ਕੋਈ ਗੱਲ ਨਹੀਂ। ਸੋ ਬਾਕੀ ਜੇ ਰਹੀ ਬਾਕੀ ਪ੍ਰਚਾਰਕਾਂ ਦੀ ਗੱਲ, ਤੇ ਬਾਕੀ ਪ੍ਰਚਾਰਕ ਸਿੰਘ ਆਪਣੇ ਤੌਰ ਦੇ ਉੱਪਰ ਉਹ ਜਵਾਬਦੇਹ ਨੇ। ਜੀ ਬਹੁਤ ਬਹੁਤ ਧੰਨਵਾਦ ਗੁਰਸੇਵਕ ਸਿੰਘ ਜੀ, ਸਾਡੇ ਨਾਲ ਜੁੜਨ ਦੇ ਲਈ, ਗੱਲਬਾਤ ਕਰਨ ਦੇ ਲਈ, ਤੇ ਬਹੁਤ ਤੁਹਾਨੂੰ ਮੁਬਾਰਕਬਾਦ। ਤੁਸੀਂ ਸ਼ਲਾਘਾਯੋਗ ਕਦਮ ਜਿਹੜਾ ਉੱਥੇ ਚੁੱਕਿਆ, ਤੇ ਉਸ ਤੋਂ ਬਾਅਦ ਪੂਰੀ ਦੁਨੀਆ ਨੇ ਉਹ ਜਿਹੜੀ ਵੀਡੀਓ ਦੇਖੀ ਹੈ, ਤੇ ਹਰੇਕ ਕੋਨੇ ਵਿੱਚ ਬੈਠਾ ਸਿੱਖ ਜਿਹੜਾ ਹੈ ਤੁਹਾਡੀ ਪ੍ਰਸ਼ੰਸਾ ਕਰ ਰਿਹਾ ਹੈ। ਅਸੀਂ ਵੀ ਪ੍ਰਸ਼ੰਸਾ ਕਰਦੇ ਹਾਂ, ਤੇ ਅਜਿਹਾ ਹੀ ਅੱਗੇ ਵੀ ਸਿੱਖ ਕੌਮ ਦੇ ਲਈ ਮਾਣ ਵਾਲਾ ਹਰੇਕ ਸਟੈਪ ਜਿਹੜਾ ਉਹਨੂੰ ਚੁੱਕਦੇ ਰਹੋ, ਤੇ ਸਿੱਖ ਧਰਮ ਨੂੰ ਦੁਨੀਆ ਦੇ ਉੱਪਰ ਰਿਪਰੈਜ਼ੈਂਟ ਕਰਦੇ ਰਹੋ। ਬਹੁਤ ਬਹੁਤ ਧੰਨਵਾਦ ਗੁਰਸੇਵਕ ਜੀ। ਜੀ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।